ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁਣਿਏ ਦੇਹ ਡਰਾਵਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਦੀ ਕਿਰਪਾ ਨਾਲ ਲੜੀਵਾਰ ਜੋ ਸ੍ਰੀ ਰਾਗ ਦੇ ਅੰਦਰ ਵਿਚਾਰ ਹੋ ਰਹੀ ਹੈ। ਨਿਤਨੇਮ ਅਨੁਸਾਰ ਪਿੱਛੇ 13 ਸ਼ਬਦ ਸ੍ਰੀ ਰਾਗ ਦੇ ਹੋ ਚੁੱਕੇ ਹੈ। 14ਵਾਂ ਸ਼ਬਦ ਸ੍ਰੀ ਰਾਗ ਦਾ ਅੱਜ ਪ੍ਰਾਰੰਭ ਹੋਇਆ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਵਿਆਖਿਆ ਸਹਿਤ ਵਿਚਾਰ ਪ੍ਰਾਪਤ ਕਰੀਏ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਸ੍ਰੀ ਜੋ ਸ਼੍ਰੋਮਣ ਹੈ ਰਾਗਾਂ ਦੇ ਅੰਦਰ ਰਾਗ ਪਹਿਲਾ ਸਥਾਨ ਦਿੱਤਾ ਮਹਾਰਾਜ ਨੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਹੈ। ਇਹ ਸ਼ਬਦ ਨੂੰ ਮਹਾਰਾਜ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਉਜਾੜ ਦੇ ਅੰਦਰ ਇੱਕ ਮਿਰਤਕ ਦੇ ਪਈ ਹੋਈ ਨਜ਼ਰ ਪਈ। ਉਹਨੂੰ ਦੇਖ ਕੇ ਮਹਾਰਾਜ ਸਾਹਿਬ ਜੀ ਵੈਰਾਗਮਈ ਉਪਦੇਸ਼ ਦਿੰਦੇ ਆ। ਤੂੰ ਕਾਇਆ ਮੈਂ ਰੁਲਦੀ ਦੇਖੀ। ਕਾਇਆ ਰੁਲ ਰਹੀ ਸੀ ਕਿਸੇ ਦੀ। ਕੁਝ ਸਰੀਰ ਐਸੇ ਨੇ ਜਿਨ੍ਹਾਂ ਨੂੰ ਦਫਨਾਉਣ ਵਾਲਾ, ਸੰਸਕਾਰ ਕਰਨ ਵਾਲਾ, ਜਲ ਪ੍ਰਵਾਹ ਕਰਨ ਵਾਲਾ ਵੀ ਕੋਈ ਮਿਲਦਾ ਨਹੀਂ। ਕਾਇਆ ਰੁਲ ਜਾਂਦੀ ਹੈ, ਜੀਵ ਆਤਮਾ ਉਡਾਰੀ ਮਾਰ ਜਾਂਦਾ ਹੈ। ਤੇ ਜਿੰਨੀ ਦੇਰ ਤੱਕ ਹਿਰਦੇ 'ਚ ਬੈਰਾਗ ਨਹੀਂ ਪੈਦਾ ਹੁੰਦਾ, ਸੰਸਾਰ ਦਾ ਮੋਹ ਨਹੀਂ ਟੁੱਟਦਾ ਹੈ। ਬਿਨ ਬੈਰਾਗ ਨਾ ਛੂਟ ਸਮਾਇਆ। ਇਸ ਕਰਕੇ ਬੈਰਾਗ ਜਨਕ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਦੇ ਵਿੱਚ ਦਿੱਤਾ ਹੈ। ਔਰ ਦੇਹ ਨੂੰ ਸੰਬੋਧਨ ਕਰਕੇ ਕਿ ਹੇ ਦੇਹ, ਹੇ ਕਾਇਆ, ਤੇਰਾ ਕੈਸਾ ਹਾਲ ਹੋ ਜਾਂਦਾ ਹੈ ਜਦੋਂ ਜੀਵ ਆਤਮਾ ਵਿੱਚ ਨਾ ਰਹੇ। ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੁਣਿਏ ਦੇਹ ਡਰਾਵਣੇ। 35 ਅੱਖਰਾਂ ਦੇ ਵਿੱਚੋਂ 3 ਅੱਖਰ ਨੇ ਜਿਹੜੇ ਬਹੁਤੇ ਔਖੇ ਬੋਲਣੇ ਨੇ। ਇੱਕ ඤ ਅੱਖਰ ਹੈ, ਇੱਕ ੰਗਾ ਅੱਖਰ ਹੈ, ਇੱਕ ਯ ਅੱਖਰ ਹੈ। ਇਸ ਕਰਕੇ ਫਿਰ ਇਹਨਾਂ ਦੀ ਵਰਤੋਂ ਜਿਹੜੇ ਜਿਹੜੇ ਸ਼ਬਦ ਦੇ ਨਾਲ ਜੋੜ ਕੇ ਕੀਤੀ ਗਈ ਹੈ, ਉਹਦੇ ਵਿੱਚ ਬੜੀ ਸਾਵਧਾਨੀ ਦੀ ਲੋੜ ਹੈ। ਜਿਵੇਂ ਸੁਧ ਪਾਠ ਸੁਣਿਆ ਤੁਸੀਂ, ඤ ਪੂਰਾ ਬੋਲਣਾ ਹੈ। ਇਹ ਸੁੰਜੀ ਦੇ ਥਾਂ ਤੇ ਸੁੰਜੀ ਨਾ ਬਣ ਜੇ। ਇਸ ਕਰਕੇ ਸੁੰਜੀ ਦੇਹ ਡਰਾਵਣੀ ਅਰਥ ਉਹਦਾ ਖਾਲੀ ਦਾ, ਸੁੰਨੀ ਦਾ ਹੈ। ඤ ਲੱਗਿਆ, ਇਹਨਾਂ ਦਾ ਖਾਸ ਹੀ ਗੰਗਾ ਹੈ, ਧਿਆਨ ਰੱਖਣ ਦੀ ਉਹ ਲੋੜ ਹੁੰਦੀ। ਸੁੰਨੀ ਦੇਹ ਡਰਾਵਣੀ, ਡਰਾਵਣੀ ਖਾਲੀ ਜਿਹੜੀ ਹੈ, ਸੁੰਨੀ ਖਾਲੀ ਤੇ ਡਰਾਵਣੀ ਭਿਆਨਕ। ਮਿਰਤਕ ਨੂੰ ਦੇਖ ਕੇ ਭੈ ਆਉਣ ਲੱਗ ਜਾਂਦਾ, ਡਰ ਪੈਦਾ ਹੋ ਜਾਂਦਾ। ਹਾਲਾਂਕਿ ਉਹੀ ਸਰੀਰ ਹੈ ਜਿਹਦੇ ਨਾਲ ਸੰਬੰਧ ਹੁੰਦਾ ਹੈ। ਤਾਂ ਇਹ ਡਰਾਉਣੀ ਕਿਉਂ ਲੱਗੀ ਮਹਾਰਾਜ ਦੱਸਦੇ ਹਨ। ਜਾ ਜੀਓ ਵਿੱਚ ਹੋ ਜਾਏ। ਕਹਿੰਦੇ ਬਾਕੀ ਦਾ ਅੰਗ ਪ੍ਰਤੰਗ ਕੋਲ ਹੀ ਨਾ। ਜਾਂ ਜਦੋਂ ਜੀਓ ਜੀਵ ਆਤਮਾ ਇਹ ਸੂਖਮ ਸਰੀਰ ਵਿੱਚੋਂ ਨਿਕਲ ਗਿਆ, ਜਾਏ ਨਾਮ ਚਲੇ ਜਾਣ ਦਾ ਕਹਿੰਦਾ ਚਲਾ ਜਾ ਤੂੰ। ਜਾਏ ਜਾਣ ਦਾ ਵਾਚਕ ਸ਼ਬਦ ਹੈ। ਭਾਵ ਕੀ ਹੈ, ਜਦੋਂ ਪ੍ਰਾਣ ਨਿਕਲ ਗਏ ਉਹਨਾਂ ਤੋਂ ਉਪਰੰਤ ਫਿਰ ਸੁੰਨੀ ਖਾਲੀ ਦੇ ਭੈਦਾਇਕ ਹੋ ਜਾਂਦੀ ਹੈ। ਲੋਕ ਡਰਨ ਲੱਗ ਜਾਂਦੇ ਨੇ ਤੇ ਲੋਕੀ ਨਿਆਣਿਆਂ ਨੂੰ ਕਹਿੰਦੇ ਪਰੇ ਰਹੋ, ਤੁਸੀਂ ਨਾ ਜਾਓ ਇੱਥੇ ਮਿਰਤਕ ਦੇ ਕੋਲ। ਜਿਵੇਂ ਭੂਤ ਪ੍ਰੇਤ ਤੋਂ ਲੋਕੀ ਡਰਦੇ ਆ, ਤੇ ਇਸ ਤਰ੍ਹਾਂ ਫਿਰ ਉਹ ਭੂਤ ਤੇ ਪ੍ਰੇਤ ਇਹ ਕਹਿੰਦਾ ਜੀ ਇਹ ਪ੍ਰੇਤ ਬਣ ਗਿਆ, ਕੋਈ ਕਹਿੰਦਾ ਭੂਤ ਬਣ ਗਿਆ। ਬਹੁਤ ਸਾਰੇ ਪੁਰਾਣੇ ਸਮੇਂ 'ਚ ਲੋਕ ਮਰੇ ਹੋਏ ਦੇ ਨਾਲ ਕਾਨੇ ਮਿਣ ਕੇ ਰੱਖਿਆ ਕਰਦੇ ਸੀ। ਉਹ ਮਿਣ ਕੇ ਰੱਖਣਾ, ਫਿਰ ਉਦੋਂ ਸੰਸਕਾਰ ਤੋਂ ਪਹਿਲਾਂ ਫਿਰ ਮਿਣਨਾ ਵੀ ਵੱਧ ਤਾਂ ਨਹੀਂ ਗਿਆ। ਜੇ ਦੇਹ ਵੱਧ ਗਈ ਤਾਂ ਉਹਨੂੰ ਕਹਿੰਦੇ ਸੀ ਵੀ ਬਹੁਤ ਮਾੜੀ ਗੱਲ ਹੋਈ ਹੈ। ਕਿਉਂਕਿ ਜਿਹੜੀ ਸਾਡੇ ਅੰਦਰ 10 ਪ੍ਰਕਾਰ ਦੀ ਪੌਣ ਹੈ, ਧਨਿਜਾ ਪੌਣ ਹੈ ਇੱਕ,
ਉਹ ਮਿਰਤਕ ਦੇਹ ਨੂੰ ਫੁਲਾਉਂਦੀ ਹੈ। ਇਹ ਦੋ ਤਰ੍ਹਾਂ ਦਾ ਹੈ। ਉਹ ਫੁੱਲ ਕੇ ਇਸ ਤਰ੍ਹਾਂ ਪੇਟ ਉੱਪਰ ਨੂੰ ਵੀ ਹੋ ਜਾਂਦਾ ਹੈ ਤੇ ਫੁੱਲ ਕੇ ਥੋੜੀ ਜਿਹੀ ਵੱਧ ਵੀ ਜਾਂਦੀ ਹੈ, ਇੰਚ ਵੱਧ ਗਈ, 2 ਇੰਚ ਵੱਧ ਗਈ ਹਵਾ ਦੇ ਕਾਰਨ। ਉਹਨੂੰ ਬੜਾ ਮਾੜਾ ਸਮਝਦੇ। ਇਹ ਵਹਿਮ ਤੇ ਭਰਮ ਜਿਹੜੇ ਨੇ ਕੁਝ ਮੱਤਾਂ ਦੇ ਵਿੱਚ ਹੈ, ਖਾਲਸੇ ਦੇ ਅੰਦਰ ਨਹੀਂ ਐਸਾ ਭਰਮ। ਇਹ ਤਾਂ ਜਾਣਕਾਰੀ ਵਾਸਤੇ ਹੁੰਦੀਆਂ ਨੇ ਗੱਲਾਂ। ਜਦੋਂ ਜੀਵ ਆਤਮਾ ਵਿੱਚੋਂ ਮਿਲ ਗਿਆ, ਲੋਕੀ ਕਾਨਿਆਂ ਨਾਲ ਮਿਣ ਕੇ ਦੇਖਦੇ ਆ ਵੀ ਬੜਾ ਮਾੜਾ ਹੋਇਆ ਜੀ, ਐਸਾ ਹੋਇਆ। ਇਹ ਦੇਹ ਦੀ ਹਾਲਤ ਹੈ। ਪਾਹੇ ਬਲੰਦੀ ਵਿਜੇ, ਪਾਹੇ ਬਲੰਦੀ ਵਿੱਚ ਵੀ। ਤੇ ਸਰੀਰ ਦੇ ਵਿੱਚ ਜਿਹੜੀ ਅੰਨ ਪਚਾਉਣ ਵਾਲੀ ਸ਼ਕਤੀ ਹੈ, ਪਾਹੇ ਨਾਮ ਅੱਗ ਦਾ ਹੁੰਦਾ ਹੈ, ਉਹ ਜਠਰਾਗ ਨਹੀਂ ਹੈ। ਉਹ ਬਲੰਦੀ ਜੋ ਬਲਦੀ ਸੀ, ਤੇ ਜਿਸ ਵੇਲੇ ਉਹਦੇ ਵਿੱਚੋਂ ਜੀਵ ਆਤਮਾ ਨਿਕਲ ਜਾਂਦਾ ਹੈ, ਉਹਦੇ ਨਿਕਲਣ ਦੇ ਨਾਲ ਉਹ ਜਿਹੜੀ ਬਿਜ ਵੀ ਬੁਝ ਗਈ, ਸਰੀਰ ਠੰਡਾ ਹੋ ਗਿਆ, ਵਿੱਚੋਂ ਨਿਕਲ ਗਈ ਹੈ ਜੀਵ ਆਤਮਾ। ਧੂ ਨਾਨਕ ਸਿਓ ਕਾਏ। ਹੁਣ ਉਹਦੇ 'ਚ ਧੂਆਂ ਨਹੀਂ ਨਿਕਲਦਾ। ਜਦੋਂ ਅੱਗ ਬੁਝ ਜਾਏ ਫਿਰ ਧੂਆਂ ਥੋੜੀ ਨਿਕਲਿਆ ਕਰਦਾ। ਜਦੋਂ ਅੱਗੇ ਨਹੀਂ ਹੈ, ਧੂਏ ਨੇ ਕਿੱਥੇ ਪੈਦਾ ਹੋਣਾ। ਤੇ ਮਹਾਰਾਜ ਕਹਿੰਦੇ ਵੀ ਹੁਣ ਜਦੋਂ ਜਠਰਾ ਅਗਨੀ ਬੁਝ ਗਈ, ਜਣੀ ਸਰੀਰ ਠੰਡਾ ਹੋ ਗਿਆ, ਮਰ ਗਿਆ, ਤਾਂ ਫਿਰ ਸਵਾਸਾਂ ਰੂਪੀ ਧੂਆਂ ਥੋੜੀ ਨਿਕਲੂਗਾ। ਫਿਰ ਸਵਾਸਾਂ ਰੂਪੀ ਧੂਆਂ ਜਿਹੜਾ ਉਹ ਵੀ ਖਤਮ ਹੋ ਗਿਆ। ਜਿਵੇਂ ਅੱਗ ਦੇ ਨਾਲ ਹੀ ਧੂਆਂ ਖਤਮ ਹੋ ਜਾਂਦਾ ਹੈ, ਤੇ ਉਹ ਜਠਰਾ ਅਗਨੀ ਸਮਾਪਤ ਹੋ ਗਈ, ਸਰੀਰ ਠੰਡਾ। ਕਹਿੰਦਾ ਵੀ ਹੁਣ ਤਾਂ ਠੰਡਾ ਹੋ ਗਿਆ, ਉਹਦੇ ਨਾਲ ਹੀ ਸਮਾਪਤ ਹੋ ਜਾਂਦਾ ਹੈ। ਪੰਚੇ ਰੁੰਨੇ ਦੁੱਖ ਭਰੇ। ਤੇ ਪੰਚੇ ਦਾ ਅਰਥ ਹੈ ਪੰਜ, ਜਿਹੜੇ ਸੰਬੰਧੀ ਬਹੁਤੇ ਨੇੜੇ ਦੇ ਨੇ। ਜਦੋਂ ਕੋਈ ਮਰ ਜਾਂਦਾ ਹੈ, ਨਿਕਟਬਦੀ ਜਿਹੜੇ ਸੰਬੰਧੀ ਹੈ, ਬਦਕਿਸਮਤੀ ਨਾਲ ਕਿਸੇ ਮਾਂ ਦੇ ਬੱਚੇ ਮਰ ਜਾਣ, ਉਹਦੇ ਹੁੰਦਿਆਂ ਦੇਖਦੇ ਆ। ਪੁੱਤਰ ਧੀਆਂ ਜੋ ਕੋਈ ਵੀ ਹੋ ਸਕਦਾ ਹੈ। ਇੱਕ ਤਾਂ ਫਿਰ ਮਾਂ ਬਹੁਤਾ ਰੋਂਦੀ ਹੈ, ਉਹਦੇ ਪੇਟ ਦਾ ਸੰਬੰਧੀ ਅੰਦਰਾਂ ਦਾ ਐਸਾ ਹੈ, ਮਾਂ ਬਿਲਕਦੀ ਹੈ ਤੇ ਪਿਓ ਬਿਲਕਦਾ ਹੈ। ਇੱਕ ਤਾਂ ਇਹ ਸੰਬੰਧੀ ਹੋ ਗਏ ਦੋ, ਮਾਤਾ ਔਰ ਪਿਤਾ। ਤੀਸਰੀ ਹੈ ਇਸਤਰੀ ਜਾਂ ਉਹਦਾ ਪਤੀ, ਤੇ ਉਹ ਵੀ ਇਸਤਰੀ ਵੀ ਰੋਂਦੀ ਹੈ। ਪੁੱਤਰ ਜਾਂ ਪੁੱਤਰੀਆਂ, ਉਹਨਾਂ ਨੂੰ ਵੀ ਆਪਣੇ ਮਾਂ-ਬਾਪ ਨਾਲ ਬੜਾ ਲਗਾਅ ਹੁੰਦਾ ਹੈ, ਉਹ ਵੀ ਬਹੁਤ ਰੋਂਦੇ ਹੈ। ਭੈਣ ਤੇ ਭਰਾ, ਇਹ ਪੰਜ ਸੰਬੰਧੀ ਬਹੁਤਾ ਰੋਂਦੇ ਆ ਮਰੇ ਹੋਏ ਨੂੰ। ਬਾਕੀ ਲੋਕਾਚਾਰੀ ਮਿਲਣ ਵਾਲੇ ਰੋਂਦੇ ਤਾਂ ਉਹ ਵੀ ਹੈ, ਪਰ ਇਹ ਨੇੜੇ ਦਾ ਸੰਬੰਧ ਹੈ। ਇਹ ਪੰਜੇ ਦੁੱਖਾਂ ਵਿੱਚ ਭਰੇ ਹੋਏ ਰੋਂਦੇ ਨੇ। ਬਿਨਸੇ ਦੂਜਾ ਭਾਏ। ਇਸ ਢੰਗ ਦੇ ਨਾਲ ਦਵਾਇਤ ਭਾਵ ਕਰਕੇ ਸੰਸਾਰ ਦੇ ਸਾਰੇ ਜੀਵ ਨਾਸ ਹੋ ਰਹੇ ਨੇ। ਨਾਸ ਸਭ ਨੇ ਹੋਣਾ, ਰੋਣ ਵਾਲੇ ਨੇ ਰੋਣਾ ਵੀ ਹੈ। ਅਗਲੀ ਕੁਝ ਖਬਰ ਨਾ ਪਾਏ, ਰੋਬਨਹਾਰਾ ਪੇ ਉੱਠ ਜਾਏ, ਉਹ ਵੀ ਚਲਿਆ ਜਾਂਦਾ ਜਿਹੜਾ ਰੋ ਰਿਹਾ ਹੈ। ਜਿਹੜਾ ਕਿਸੇ ਦੀਆਂ ਅਰਥੀਆਂ ਢੋਂਦਾ ਸੀ ਕਿਸੇ ਦਿਨ, ਉਹ ਆਪ ਹੀ ਅਰਥੀ ਬਣ ਜਾਂਦਾ ਹੈ। ਇਹ ਸੰਸਾਰ ਦੇ ਕਰਤੱਵ ਹਨ। ਮੂੜੇ ਰਾਮ ਜਪੋ ਗੁਣਸਾਰ। ਤੇ ਮੂੜੇ ਦਾ ਅਰਥ ਹੈ ਮੂਰਖ, ਤੇ ਇਹਦਾ ਵੀ ਧਿਆਨ ਕਰਨਾ ਵੀ ਮੂੜੇ ਹੀ ਨਾ ਆ ਜਾਏ, ਮੂੜਾ ਬੈਠਣ ਵਾਲਾ ਹੁੰਦਾ ਹੈ। ਤੇ ਦੋਨੇ ਦਲੈਂਕੜੇ ਬੋਲੇ। ਮੂੜੇ ਕਹਿੰਦੇ ਹੈ ਮੂਰਖ, ਗੁਣਸਾਰ ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਨ ਦੇ ਲਈ ਰਾਮ ਪਰਮੇਸ਼ਰ ਦਾ ਨਾਮ ਜਪੋ, ਜਪਣਾ ਕਰੋ, ਕਿਉਂਕਿ ਇਸ ਦੇਹੀ ਦਾ ਹਾਲ ਅੰਤ ਨੂੰ ਇਹੀ ਹੋਣਾ ਹੈ। ਮਹਾਰਾਜ ਕਹਿੰਦੇ ਜਿਵੇਂ ਇਹ ਰਾਸ ਉਲਦੀ ਹੈ ਮਰਦਾਨਿਆਂ, ਕਹਿੰਦੇ ਇਹੀ ਹਾਲ ਹੋਣਾ ਸਭ ਦਾ ਭਾਈ। ਤੇ ਇਸ ਕਰਕੇ ਨਾਮ ਜਪਣਾ ਚਾਹੀਦਾ ਹੈ। ਹਉਮੈ ਮਮਤਾ ਮੋਹਣੀ। ਦੇਹ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਤੇ ਇਸ ਕਰਕੇ ਅਤੇ ਮੋਹ ਦੇ ਭਾਵ ਤੋਂ ਮੋਹਣੀ, ਜਿਹੜੀ ਮੋਹ ਤੇ ਮੋਹਣੀ ਮਾਇਆ ਕਰਕੇ ਮੋਹ ਪੈਦਾ ਹੋਇਆ। ਮਾਇਆ ਨਹੀਂ, ਅੱਗੇ ਮੋਹਨ ਸ਼ਕਤੀ ਹੈ, ਆਕਰਸ਼ਣ ਸ਼ਕਤੀ ਹੈ, ਉਹ ਖਿੱਚ ਪੈਦਾ ਕਰਦੀ ਹੈ। ਮੋਹ ਦੇ ਵਿੱਚ ਖਿੱਚ ਹੈ, ਮਾਇਆ ਦੇ ਵਿੱਚ ਇਹ ਪਦਾਰਥਾਂ ਦੀ। ਇਹ ਮੋਹਣੀ ਤਾਂ ਕਿਹਾ ਹੈ, ਮਾਇਆ ਕਰਕੇ ਇਹ ਸਾਰਾ ਇਹ ਸਿਲਸਿਲਾ ਜਿਹੜਾ ਹੈ, ਇਹ ਅਗਿਆਨ ਕਰਕੇ ਮੋਹ ਹੈ, ਤੇ ਅਗਿਆਨ ਕਰਕੇ ਇਹ ਸਾਰਾ ਕੁਝ ਮੋਹਣੇ ਵਾਲੀ ਮਾਇਆ ਦਾ ਪ੍ਰਭਾਵ ਪੈਂਦਾ ਹੈ। ਸਭ ਮੁੱਠੀ ਅਹੰਕਾਰ। ਹੰਕਾਰ ਕਰਕੇ ਸਭ ਸਾਰੀ ਸ੍ਰਿਸ਼ਟੀ ਜਿਹੜੀ ਹੈ ਮੁੱਠੀ ਠੱਗੀ ਗਈ ਹੈ, ਠੱਗੀ ਜਾ ਰਹੀ ਹੈ ਸਾਰੀ ਦੁਨੀਆ। ਇਹਨਾਂ ਔਗਣਾ ਕਰਕੇ ਅੰਤ ਨੂੰ ਜੀਵਨ ਸਮਾਪਤ ਕਰਕੇ ਉਹ ਫਿਰ ਚਲੀ ਜਾਏਗੀ ਇੱਥੋਂ।
ਸਭ ਨੇ ਜਾਣਾ, ਚਲੇ ਜਾਣਗੇ ਸਾਰੇ। ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ ਜੀ, ਜਿਨੇ ਨਾਮ ਵਿਸਾਰਿਆ ਸਾਰੀ ਬੋਲ ਦਿਓ ਜੀ। ਦੂਜੀ ਕਾਰ ਲੱਗ। ਕੁਛ ਤੁਕਾਂ ਐਸੀਆਂ ਜਿਹੜੀਆਂ ਭਾਈ ਇਕੱਠੇ ਤੋਂ ਬਿਨਾਂ ਅਰਥ ਨਹੀਂ ਬਣਦਾ, ਤਾਂ ਬੁਲਾਈ ਹੈ। ਦੂਜੀ ਦਵੈਤ ਜਾਂ ਦੁਬਧਾ ਵਾਲੀ ਕਾਰਨ ਕਾਮਨ, ਜਿਹੜੇ ਦਵੈਸ਼ ਵਾਲੇ, ਉਹਨਾਂ 'ਚ ਲੱਗ ਕੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਿਉਂਦਿਆਂ ਵਿਸਾਰਿਆ, ਭੁਲਾ ਹੀ ਦਿੱਤਾ ਹੈ। ਧੰਦੇ ਪਿਆਰੇ ਨੇ, ਕੰਮ ਪਿਆਰਾ। ਜੇ ਕੋਈ ਕਹੇ ਵੀ ਗੁਰਦੁਆਰੇ ਚੱਲ, ਸਤਸੰਗ ਚੱਲ, ਕਥਾ ਚੱਲ, ਕਹਿੰਦੇ ਜੀ ਟਾਈਮ ਨਹੀਂ ਹੈ। ਇਹ ਮੂਰੇ ਹੀ ਹੈ। ਇਹਦਾ ਅਰਥ ਇਹ ਕਰਦੇ ਆ ਲੋਕ ਵੀ ਤੁਹਾਡਾ ਵਿਹਲਿਆਂ ਦਾ ਕੰਮ ਹੈ, ਵੀ ਤੁਸੀਂ ਜਿਹੜੇ ਵਿਹਲੇ ਹੋ ਤੁਸੀਂ ਜਾਓ ਸਤਸੰਗ, ਅਸੀਂ ਤਾਂ ਕੰਮ ਵਾਲੇ ਬੰਦੇ ਹਾਂ। ਤੇ ਮਹਾਰਾਜ ਕੀ ਕਹਿੰਦੇ ਆ? ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਬਾਰੇ। ਕੰਮ ਤਾਂ ਇਹੀ ਆ ਤੇਰੇ ਕੰਮ ਆਉਣ ਵਾਲਾ, ਉਹਦੇ 'ਚ ਢਿੱਲਾ ਮੁੱਠਾ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਇਹ ਦਵੈਸ਼ ਦੀ ਕਾਰ ਦੇ ਵਿੱਚ ਲੱਗ ਕੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਹੈ। ਦੁਬਦਾ ਲਾਗੇ ਪਚਮੋਏ। ਦੁਬਦਾ ਦੁਚਿੱਤੀ ਵਿੱਚ ਲੱਗ ਕੇ, ਦੁਬਦਾ ਦਾ ਅਰਥ ਹੈ ਦੋ ਵਿਧਾਂ, ਵੀ ਮੈਂ ਇਹ ਕੰਮ ਕਰਾਂ ਨਾ ਕਰਾਂ, ਇਹ ਕੰਮ ਠੀਕ ਹੈ ਜਾਂ ਗਲਤ ਹੈ, ਮੈਂ ਕਥਾ 'ਚ ਜਾਵਾਂ ਜਾਂ ਨਾ ਜਾਵਾਂ। ਇਸ ਪ੍ਰਕਾਰ ਦੁਬਦਾ ਵਿੱਚ ਲੱਗਣਾ, ਇਹਨੂੰ ਦੁਬਦਾ ਕਹਿੰਦੇ ਨੇ। ਤੇ ਦੁਬਦਾ ਵਿੱਚ ਲੱਗ ਕੇ ਜਿਹੜੇ ਉਹ ਪਚਮੂਏ, ਖੱਚਤ ਹੋ ਕੇ ਨਾ ਖੱਪ ਖੱਪ ਕੇ ਮਰ ਗਏ ਹਨ। ਅੰਤਰ ਤ੍ਰਿਸ਼ਨਾ ਅੱਗ। ਕਿਉਂਕਿ ਉਹਨਾਂ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬੜ ਰਹੀ ਹੈ, ਉਹਦੇ ਨਾਲ ਸੜ ਜਾਂਦੇ ਆ। ਅੰਦਰ ਤ੍ਰਿਸ਼ਨਾ ਵੀ ਪਦਾਰਥ ਕਿਵੇਂ ਮਿਲੇ, ਮਾਇਆ ਕਿਵੇਂ ਮਿਲੇ, ਨਾਮ ਦੀ ਗੱਲ ਨਹੀਂ ਹੈਗੀ। ਇਸ ਕਰਕੇ ਤਾਂ ਇਹ ਇਸ ਪ੍ਰਕਾਰ ਮਰ ਰਹੇ ਹਨ। ਗੁਰ ਰਾਖੇ ਸੇ ਉਬਰੇ। ਕਹਿੰਦੇ ਮਹਾਰਾਜ ਬਚਿਆ ਵੀ ਹੈ ਕੋਈ, ਤਾਂ ਗੁਰੂ ਸਾਹਿਬ ਫਰਮਾਉਂਦੇ ਆ ਜਿਨ੍ਹਾਂ ਦੀ ਤੇ ਗੁਰੂ ਸਤਿਗੁਰੂ ਜੀ ਲੋਕ ਪ੍ਰਲੋਕ ਵਿੱਚ ਰਾਖੇ ਰੱਖਿਆ ਕਰਨ ਵਾਲੇ ਹੋਏ, ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ ਹੈ। ਤੇ ਸੇਕੀਏ ਉਹ ਜਿਹੜੇ ਹਨ, ਉਹੀ ਇਹਨਾਂ ਵਿਕਾਰਾਂ ਤੋਂ ਜਾਂ ਫਿਰ ਜਮਾਂ ਤੋਂ, ਜਿੱਥੇ ਜਮਾਂ ਨੇ ਫੜਨਾ ਹੈ, ਕਹਿੰਦੇ ਉਹੀ ਉਬਰੇ ਕਹੀਏ ਬਚਣਗੇ, ਹੋਰ ਨਹੀਂ ਬਚੂ ਕੋਈ। ਹੋਰ ਮੁੱਠੀ ਧੰਦਾ ਠੱਗ। ਉਹ ਸਾਰੀ ਦੁਨੀਆ ਧੰਦਿਆਂ ਦੇ ਵਿੱਚ ਠੱਗ, ਧੰਦਿਆਂ ਰੂਪੀ ਠੱਗਾਂ ਨੇ ਠੱਗ ਲਈ ਹੈ। ਧੰਦੇ ਵੀ ਠੱਗਨ, ਜੀਵ ਨੂੰ ਠੱਗ ਰਹੇ ਆ। ਤੇ ਇਸ ਕਰਕੇ ਵਿਵਹਾਰ ਕਰਨ ਵਾਸਤੇ ਪ੍ਰੇਰਣਾ ਦਿੱਤੀ ਹੈ ਵੀ ਉਪਜੀਵਕਾ ਕਰੋ, ਧਰਮ ਦੀ ਕਿਰਤ ਕਰੋ। ਪਰ ਇਹਦਾ ਮਤਲਬ ਨਹੀਂ ਇੰਨੇ ਖੱਚਤ ਹੋ ਜਾਓ ਵੀ ਜੋ ਮਨੁੱਖਾ ਸਰੀਰ ਮਿਲਿਆ ਉਹ ਭੁੱਲੇ ਜਾਈਏ ਅਸੀਂ। ਇਸ ਕਰਕੇ ਠੱਗਨ ਧੰਦੇ ਠੱਗ ਰਹੇ ਨੇ। ਹੋਰ ਸਾਰੀ ਦੁਨੀਆ ਧੰਦਿਆਂ ਰੂਪ ਠੱਗਾਂ ਨੇ ਠੱਗ ਲਈ ਹੈ। ਇਸ ਕਰਕੇ ਮੁੱਠੀ ਲੁੱਟੀ ਗਈ ਹੈ। ਧੰਦੇ ਮੁੱਕਦੇ ਨਹੀਂ ਤੇ ਬੰਦੇ ਮੁੱਕਦੇ ਜਾ ਰਹੇ ਨੇ। ਜੇ ਧੰਦੇ ਮਹਿ ਓਏ ਲਪਟਾਏ, ਹੁਣ ਤੇ ਦੁੱਗਣ ਦਿੜੀ ਉਨਮਾਏ। ਇਹ ਹਾਲਤ ਸੰਸਾਰ ਦੀ ਹੋ ਰਹੀ ਹੈ। ਮੋਈ ਪ੍ਰੀਤ ਪਿਆਰ ਗਿਆ। ਤੇ ਜਿਸ ਵੇਲੇ ਬੰਦੇ ਦੇ ਜਿਹੜੇ ਸੰਬੰਧੀ ਹੈ, ਜਦੋਂ ਮਰਦਾ ਹੈ, ਉਹ ਸੰਬੰਧੀਆਂ ਦੀ ਪ੍ਰੀਤ ਵੀ ਤਾਂ ਨਾਲ ਹੀ ਮਰ ਜਾਂਦੀ ਹੈ। ਬੰਦਾ ਮਰ ਗਿਆ, ਪ੍ਰੀਤ ਵੀ ਮਰ ਗਈ ਨਾਲੇ। ਮਰੇ ਹੋਏ ਨੂੰ ਤਾਂ ਕੋਈ ਪ੍ਰੀਤ ਨਹੀਂ ਕਰਦਾ ਭਾਈ, ਉਹ ਆਪਣੇ ਧੰਦਿਆਂ ਦੀ ਪ੍ਰੀਤ ਹੈ। ਫਿਰ ਮੂਈ ਪ੍ਰੀਤ ਪਿਆਰ ਗਿਆ। ਤੇ ਇਸੇ ਤਰ੍ਹਾਂ ਜਿਵੇਂ ਉਹ ਪ੍ਰੀਤ ਮੂਈ ਮਰ ਗਏ ਤੇ ਮੁਰਦਿਆਂ ਦੇ ਨਾਲ ਹੀ ਪਿਆਰ ਵੀ ਚਲਿਆ ਗਿਆ। ਜੱਫੀਆਂ ਪਾ ਪਾ ਕੇ ਜਿਹੜਾ ਪਿਆਰ ਕਰਦਾ ਸੀ, ਉਹ ਪਿਆਰ ਕਿੱਥੇ? ਮੁਰਦੇ ਨੂੰ ਕੌਣ ਜੱਫੀਆਂ ਪਾਉਂਦਾ ਭਾਈ, ਉਹ ਤਾਂ ਨਫ਼ਰਤ ਕਰਦੇ ਆ। ਤੇ ਇਸ ਕਰਕੇ ਇਹ ਸਾਰਾ ਕੁਝ ਨਾਲ ਹੀ ਚਲਿਆ ਗਿਆ ਹੈ। ਵੈਰ ਵਿਰੋਧ। ਤੇ ਜਿਹੜੇ ਸੰਬੰਧੀਆਂ ਦਾ ਪਿਆਰ ਚਲਿਆ ਗਿਆ, ਪ੍ਰੀਤੀ ਚਲੀ ਗਈ। ਜਿਹੜੇ ਵੈਰ ਕਰਨ ਵਾਲੇ ਸੀ, ਕਹਿੰਦੇ ਵੈਰ ਵੀ ਨਾਲ ਹੀ ਮਰ ਗਿਆ। ਉਹ ਕਹਿੰਦੇ ਹੁਣ ਮਰੇ ਹੋਏ ਦੇ ਨਾਲ ਕਾਹਦਾ ਵੈਰ ਕਰਨਾ ਭਾਈ, ਹੁਣ ਤਾਂ ਮਰੀ ਗਿਆ ਹੈ। ਵੈਰ ਵਿਰੋਧ। ਤੇ ਵੈਰ ਜਿਹੜਾ ਲੰਮੇ ਸਮੇਂ ਦਾ ਹੁੰਦਾ ਹੈ, ਵਿਰੋਧ ਥੋੜੇ ਅਲਪ ਸਮੇਂ ਦਾ ਹੁੰਦਾ ਹੈ। ਤੇ ਵੈਰ ਵੀ ਵਿਰੋਧ ਵੀ। ਤੇ ਵਿਰੋਧ ਤਾਂ ਹੁੰਦਾ ਮਤਭੇਦ ਹੋ ਗਿਆ ਥੋੜੇ ਬਹੁਤ ਸ਼ਬਦਾਂ ਦਾ। ਵੈਰ ਹੁੰਦਾ ਇਹ ਅਨਾਦਿ ਕਾਲ ਦਾ ਮੰਨਿਆ, ਜਿਵੇਂ ਚੂਹੇ ਤੇ ਬਿੱਲੀ ਦਾ ਅਨਾਦਿ ਕਾਲ ਦਾ ਵੈਰ ਹੈ। ਤੇ ਵਿਰੋਧ ਹੁੰਦਾ ਕਿਸੇ ਸ਼ਬਦਾਂ ਦਾ ਤਾਲਮੇਲ ਨਹੀਂ ਬੈਠਿਆ, ਵਿਰੋਧ ਹੋ ਗਿਆ, ਮੁੜ ਕੇ ਫੇਰ ਇੱਕੋ ਜਿਹੇ ਹੋ ਗਏ। ਪਰ ਗੁਰਮੁਖਾਂ ਵਾਸਤੇ ਕੀ ਹੁਕਮ ਹੈ? ਕਹਿੰਦੇ ਗੁਰਮੁਖ ਵੈਰ ਵਿਰੋਧ ਮਿਟਾਵੇ, ਨਾ ਵਿਰੋਧ ਕਰੇ ਕਿਸੇ ਨਾਲ, ਨਾ ਵੈਰ ਕਰੇ। ਇਸ ਪ੍ਰਕਾਰ ਦੱਸਦੇ ਹਨ ਜੀ। ਧੰਦਾ ਥੱਕਾ ਹੋਵੇ। ਧੰਦਿਆਂ ਵੱਲੋਂ ਵੀ ਜੀਵ ਥੱਕ ਗਿਆ। ਜਦੋਂ ਕੋਈ ਬੰਦਾ ਥੱਕ ਜਾਂਦਾ ਹੈ, ਕਹਿੰਦਾ ਵੀ ਹੁਣ ਆਰਾਮ ਕਰ ਲਈਏ। ਮਾਰੇ ਕਹਿੰਦੇ ਵੀ ਹੁਣ ਤੂੰ ਧੰਦੇ ਬਹੁਤ ਕਰ ਲਏ, ਮੇਰਾ ਨਾਮ ਤਾਂ ਜਪਿਆ ਨਹੀਂ, ਹੁਣ ਤੂੰ ਥੱਕ ਗਿਆ,
ਫਿਰ ਮੌਤ ਦੀ ਨੀਂਦ ਸਲਾ ਦਿੰਦਾ, ਕਹਿੰਦਾ ਹੁਣ ਤੂੰ ਆਰਾਮ ਕਰ ਲੈ ਥੋੜਾ ਜਿਹਾ। ਧੰਦਿਆਂ ਵੱਲੋਂ ਥੱਕ ਗਿਆ, ਹਉ ਹਉਮੈ ਵੀ ਨਾਲ ਹੀ ਮਰ ਗਈ ਹੈ, ਤੇ ਮਰੇ ਨੂੰ ਕਾਹਦੀ ਹੰਕਤਾ ਹੋਊਗੀ ਭਾਈ। ਇਸ ਪ੍ਰਕਾਰ ਫਰਮਾਉਂਦੇ ਨੇ, ਮਮਤਾ ਮਾਇਆ ਕ੍ਰੋਧ। ਮਮਤਾ ਜੋ ਪਦਾਰਥਾਂ ਦੀ ਸੀ ਤੇ ਇਹਦੇ ਵੱਲੋਂ ਉਹ ਰੋਕਣਾ ਸੀ, ਪਰ ਇਹ ਪਦਾਰਥਾਂ ਦੀ ਮਾਇਆ ਜਿਹੜੀ ਹੈ ਤੇ ਇਹ ਵੀ ਬਹੁਲਤਾ ਕਰਕੇ ਪ੍ਰਾਪਤ ਹੋਈ ਵੀ ਹੈ, ਇਹ ਵੀ ਮਰ ਗਈ। ਤੇ ਕਾਮ ਕ੍ਰੋਧ ਜਿਹੜੇ ਸੀ, ਕ੍ਰੋਧ ਵੀ ਉਹ ਵੀ ਦੇਹ ਦੇ ਨਾਲ ਹੀ ਛੱਡ ਦਿੱਤਾ। ਮਾਇਆ ਦੇ ਪਦਾਰਥਾਂ ਦੀ ਮਮਤਾ, ਪਦਾਰਥਾਂ ਵੱਲੋਂ ਇਹ ਵੀ ਮਰ ਗਈ। ਮਰੇ ਹੋਏ ਦਾ ਦੱਸੋ ਕਿਹੜੇ ਪਦਾਰਥ ਨਾਲ ਪਿਆਰ ਹੈ? ਖਾਣ ਨਾਲ, ਪੀਣ ਨਾਲ, ਦੇਖਣ ਨਾਲ, ਸੁੰਘਣ ਨਾਲ ਮਤਲਬ ਹੀ ਨਹੀਂ ਕੋਈ। ਉਹ ਸਾਰੇ ਕਿਉਂਕਿ ਮ੍ਰਿਤਕ ਹੈ। ਪਦਾਰਥਾਂ ਦੀ ਮਮਤਾ, ਜਿਹੜੇ ਕਹਿੰਦੇ ਇਹ ਮੇਰੇ ਪਦਾਰਥ ਨੇ, ਉਸ ਸਮੇਂ ਲੋਕਾਂ ਵਾਸਤੇ ਛੱਡ ਗਿਆ, ਕੁਛ ਨਾ ਪੱਲੇ ਪਿਆ, ਤੇ ਇਕੱਲੇ ਕੇਵਲ ਵਾਹਿਗੁਰੂ ਦੇ ਨਾਮ ਨੇ ਪੈਣਾ। ਧੰਨ ਗੁਰੂ ਨਾਨਕ ਸਾਨੂੰ ਐਸਾ ਉਪਦੇਸ਼ ਦਿੰਦੇ ਨੇ, ਕਰਮ ਮਿਲੈ ਸਚ ਪਾਈਐ। ਜਿਹੜੇ ਚੰਗੇ ਨਿਸ਼ਕਾਮ ਕਰਮ ਜਾਂ ਫਿਰ ਜੀਵ ਦੇ ਸ਼ੁਭ ਕਰਮ ਕੀਤੇ ਨੇ, ਤੇ ਜਿਹੜੇ ਚੰਗੇ ਕਰਮ ਹੋਣ ਜੀਵ ਦੇ, ਤਾਂ ਔਗੁਣਾਂ ਨੂੰ ਛੱਡ ਕੇ ਨਾ ਸੱਚੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ। ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ, ਸਤਿਗੁਰਾਂ ਪਾਸੋਂ ਸੱਚੇ ਨਾਮ ਨੂੰ ਪਾਈਆ ਕਿ ਇਹ ਪ੍ਰਾਪਤ ਕਰ ਲੈਂਦਾ ਹੈ, ਫਿਰ ਸਤ ਸਰੂਪ ਨੂੰ, ਵਾਹਿਗੁਰੂ ਨੂੰ ਪਾ ਲੈਂਦਾ ਹੈ। ਗੁਰਮੁਖ ਸਦਾ ਨਿਰੋਧ। ਤੇ ਜਿਵੇਂ ਮਨੁੱਖ ਦੇ ਮਰ ਕੇ ਸਭ ਕੁਝ ਛੱਡ ਦਿੱਤਾ ਹੈ, ਰੱਬ ਦੇ ਜਿਹੜੇ ਪਿਆਰੇ ਨੂੰ ਗੁਰਮੁਖ ਹਨ, ਬਸ ਇੰਨਾ ਹੀ ਫਰਕ ਹੈ। ਉਹ ਜਿਉਂਦਿਆਂ ਦੇਹ ਦੇ ਹੁੰਦਿਆਂ ਹੋਇਆਂ ਹੀ ਆਪਣੇ ਮਨ ਨੂੰ ਨਿਰੋਧ ਨਾਮ ਰੋਕਣ ਦਾ ਹੈ। ਉਹਨੇ ਪਦਾਰਥਾਂ ਵੱਲੋਂ ਰੋਕ ਲਿਆ, ਸੰਬੰਧੀਆਂ ਦੇ ਮਮਤਾ ਵੱਲੋਂ ਰੋਕ ਲਿਆ ਵੀ ਇਹਨਾਂ ਨੇ ਨਾਲ ਤਾਂ ਜਾਣਾ ਨਹੀਂ ਕਿਸੇ ਨੇ। ਫਿਰ ਅੰਦਰ ਤੋਂ ਮੋਹ ਟੁੱਟ ਜਾ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਸ਼ਬਦ ਦੇ ਨਾਲ ਪ੍ਰੇਮ ਹੋ ਜਾਂਦਾ। ਉਹ ਆਪਣੇ ਮਨ ਚਿੱਤ ਦੀ ਬਿਰਤੀ ਨੂੰ ਵਿਕਾਰਾਂ ਵੱਲੋਂ, ਔਗੁਣਾਂ ਵੱਲੋਂ ਵੀ ਰੋਕ ਲੈਂਦੇ ਆ, ਜਾਣ ਨਹੀਂ ਦਿੰਦੇ। ਜੀਵਨ ਆਪਣਾ ਇਸ ਤਰ੍ਹਾਂ ਸਫਲ ਕਰ ਲੈਂਦੇ ਹਨ। ਸੱਚੀ ਕਾਰ ਸੱਚ ਮਿਲੇ। ਤੇ ਸੱਚੀ ਕਾਰ ਕਿਹੜੀ ਹੈ ਭਾਈ ਮਨੁੱਖ ਵਾਸਤੇ? ਬਾਕੀ ਸੰਸਾਰ ਦੀਆਂ ਝੂਠੀਆਂ ਕਾਰਾਂ ਨੇ, ਖਾਣ ਪੀਣ ਭੋਗਣ ਵਾਸਤੇ ਕਾਰੇ ਕੰਮ ਨੇ ਜਿਹੜੇ ਨੇ। ਸੱਚੀ ਕਾਰ ਕੀ ਹੈ? ਸੱਚੀ ਕਾਰ ਭਗਤੀ ਦੀ ਹੈ। ਭਗਤੀ ਰੂਪੀ ਸੱਚੀ ਕਾਰ ਕਰਦੇ ਹੈ। ਤੇ ਜਿਹੜੇ ਸੱਚੀ ਕਾਰ ਭਗਤੀ ਰੂਪੀ ਕਰਦੇ ਨੇ, ਉਹਨਾਂ ਨੂੰ ਫਿਰ ਗੁਰੂ ਦੁਆਰਾ ਸੱਚਾ ਨਾਮ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਭਗਤੀ ਕਰਦੇ ਨੇ, ਤੇ ਸੱਚ ਸਰੂਪ ਨੂੰ ਪ੍ਰਾਪਤ ਹੋ ਜਾਂਦੇ ਨੇ। ਤੇ ਹੋਇਆ ਕਿਸ ਤਰ੍ਹਾਂ ਹੈ ਉਹ ਅਗਲੀ ਤੁਕ ਵਿੱਚ ਦੱਸਦੇ ਨੇ। ਅਧੀ ਚ ਗੁਰਮਤ ਪੱਲੇ ਪਾਏ। ਗੁਰਾਂ ਦੀ ਮੱਤ ਦੁਆਰਾ ਅੰਮ੍ਰਿਤ ਨਾਮ ਹਿਰਦੇ ਰੂਪੀ ਪੱਲੇ 'ਚ ਜਿਹਨਾਂ ਨੇ ਪਾਇਆ, ਉਹਨਾਂ ਦੀ ਬਾਤ ਹੈ। ਉਹਨਾਂ ਨੇ ਜਨਮ ਸਫਲਾ ਕਰ ਲਿਆ ਹੈ। ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਸੋ ਉਹ ਮਨੁੱਖ ਫਿਰ ਨਾ ਤਾਂ ਜੰਮਦਾ ਹੈ, ਨਾ ਹੀ ਬਾਰ-ਬਾਰ ਮਰਦਾ ਹੈ। ਭਾਵ ਕਿ ਉਹ ਆਵਾਗਨ ਖਤਮ ਹੋ ਜਾਂਦਾ ਹੈ। ਨਾ ਤਾਂ ਉਹ ਵਾਸਨਾ ਦੇ ਬੱਧੇ ਹੋਏ ਦੁਨੀਆ ਵਿੱਚ ਜਨਮ ਧਾਰ ਕੇ ਆਉਂਦੇ ਹਨ, ਨਾ ਹੀ ਮਰ ਕੇ ਵਹੀ ਜਾਂਦੇ ਹਨ। ਇੱਕ ਹੈ ਆਵਨ, ਫਿਰ ਜੋਨ ਨਾ ਆਇਆ। ਭਾਵ ਕੀ ਹੈ ਵੀ ਉਹ ਸਤਿਗੁਰੂ ਦੇ ਸਰੂਪ ਵਿੱਚ ਮਿਲ ਜਾਂਦੇ ਨੇ, ਦੇਹੀ ਦੇ ਤੱਤਾਂ ਵਿੱਚ ਮਿਲ ਜਾਂਦੇ ਨੇ। ਜੋਤੀ ਸਰੂਪ ਪਰਮੇਸ਼ਰ ਵਾਹਿਗੁਰੂ ਦੀ ਉਹ ਜਿਹੜੀ ਪਰਤਕ ਜੋਤ ਸੀ, ਉਹ ਫਿਰ ਵਿਆਪਕ ਰੂਪ ਪਰਮੇਸ਼ਰ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ। ਤੋ ਇਸ ਕਰਕੇ ਫਿਰ ਪ੍ਰਤੱਖ ਰੂਪ ਦੇ ਵਿੱਚ ਵੀ ਉਹ ਜੋਤ ਦੇ ਵਿੱਚ ਮਿਲ ਜਾਂਦੀ ਹੈ ਜੋਤ। ਉਹ ਸਾਰੇ ਗਵਨ ਆਉਣ ਜਾਣ ਦੇ ਧੰਦੇ ਸਾਰੇ ਖਤਮ ਹੋ ਜਾਂਦੇ ਹਨ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹੈ, ਉਹ ਗੁਰਮੁਖ ਜਨ ਦਰਗਹਿ ਤੇ ਦਰਗਾਹ ਦੇ ਵਿੱਚ ਪ੍ਰਧਾਨ ਮੁਖੀ ਹੁੰਦੇ ਨੇ। ਦਰਗਾਹ ਸੱਚਖੰਡ ਦਾ ਨਾਮ ਹੈ, ਉਹਦੇ 'ਚ ਮੰਨੇ ਜਾਂਦੇ ਨੇ। ਉਹਨਾਂ ਨੂੰ ਸੰਤਾਂ ਭਗਤਾਂ ਵਿੱਚ ਦੁਨੀਆ ਵਿੱਚ ਪ੍ਰਧਾਨ ਮੁਖੀ ਮੰਨਿਆ ਜਾਂਦਾ ਹੈ। ਨਾਨਕ ਦਰ ਪ੍ਰਧਾਨ ਸੋ, ਪ੍ਰਧਾਨ ਨਾਮ ਮੁਖੀ ਦਾ ਹੁੰਦਾ ਹੈ। ਤੇ ਉਹਨਾਂ ਨੂੰ ਦਰਗਾਹ ਵਿੱਚ ਜਸ ਰੂਪੀ ਪੋਸ਼ਾਕ ਪਹਿਨਾਈ ਜਾਂਦੀ ਹੈ। ਭਾਵ ਕੀ ਹੈ ਵੀ ਜਿਹੜੇ ਗੁਰਮੁਖ ਨੇ ਉਹ ਲੋਕ ਤੇ ਪਰਲੋਕ ਵਿੱਚ ਮਾਣ ਸਤਿਕਾਰ ਪਾਉਂਦੇ ਨੇ, ਆਦਰ ਪਾਉਂਦੇ ਨੇ। ਤੇ ਇਸੇ ਕਰਕੇ ਫਰਮਾਨ ਕੀਤਾ ਹੈ, ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਮ। ਜਿਨ੍ਹਾਂ ਦੇ ਮਨ ਦੇ ਸੱਚਾ ਵਾਹਿਗੁਰੂ ਦਾ ਨਾਮ ਹੈ। ਤੇ ਇਸੇ ਤਰ੍ਹਾਂ ਦੂਸਰੇ ਅਰਥ ਦੇ ਵਿੱਚ
ਅੰਤਰੀ ਭਾਵ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਹਨ। ਸੁਣੀ ਦੇਹ ਡਰਾਵਣੇ, ਜਿਹੜਾ ਜੀਵ ਦੇ ਅੰਦਰ ਜੀਵ ਭਾਵ ਬਣਿਆ ਹੋਇਆ ਹੈ ਕਿ ਮੈਂ ਦੇਹ ਹਾਂ, ਮੈਂ ਜੀਵ ਹਾਂ, ਮੈਂ ਸੂਖਮ ਦੇਹ ਹਾਂ, ਮੈਂ ਸਥੂਲ ਦੇਹ ਹਾਂ, ਮੈਂ ਕਾਰਨ ਦੇਹ ਹਾਂ, ਇਹ ਤਿੰਨ ਦੇਹਾਂ ਨਾ, ਦੇਹਾਂ ਦੀ ਹੰਗਤ ਹੈ। ਇਹਦੇ ਚ ਜੀਵ ਭਾਵ ਹੈ। ਇਹ ਅਲਪਗ ਜੀਵ ਅਵਿਦਿਆ ਦੇ ਪ੍ਰਤਾਪ ਕਰਕੇ ਜਿਹੜਾ ਚੇਤਨ ਦਾ ਪ੍ਰਤੀਬਿੰਬ ਦੇ ਵਿੱਚ ਪਿਆ ਅਵਿਦਿਆ ਵਿੱਚ, ਤੇ ਉਹਦੇ ਨਾਲ ਇਹ ਜੀਵ ਭਾਵ ਦੇ ਵਿੱਚ ਪ੍ਰਗਟ ਹੁੰਦਾ ਹੈ। ਲੋਕਾਂ 'ਚ ਮਿਲਦੇ ਹੈ ਜੀਵ ਭਾਵ ਇਸ ਤਰ੍ਹਾਂ ਅਲਪਗਤਾ ਦੇ ਸਹਿਤ ਹੈ, ਆਪਣੇ ਆਪ ਨੂੰ ਪ੍ਰਸੰਨਤਾ ਦੇ ਸਹਿਤ ਦੇਖ ਰਿਹਾ ਵੀ ਮੈਂ ਜੀਵ ਹਾਂ, ਮੈਂ ਦੇਹ ਰੂਪ ਹਾਂ, ਮੈਂ ਸੂਖਮ ਰੂਪ ਹਾਂ, ਸਥੂਲ ਹਾਂ। ਇਹ ਦੇਹਾਂ ਵਿੱਚ ਜੀਵਾਂ ਦਾ ਆਕਾਰ ਦਿਸ ਰਿਹਾ ਹੈ। ਉਹਨਾਂ ਨੂੰ ਫਿਰ ਉਹ ਦੇਹ ਦੇ ਜਿਹੜੇ ਸੰਬੰਧੀ ਨੂੰ ਉਹਨਾਂ ਨੂੰ ਆਪਣੇ ਮੰਨੀ ਬੈਠਾ। ਦੇਹ ਨਾਲ ਪਿਆਰ ਕਰਨ ਵਾਲਿਆਂ ਨੂੰ ਪਿਆਰ ਤੇ ਬੈਰ ਕਰਨ ਵਾਲਿਆਂ ਨੂੰ ਬੈਰ। ਜਿਹੜਾ ਦੇਹ ਦੇ ਨਾਲ ਪਿਆਰ ਕਰੇ ਉਹਦੇ ਨਾਲ ਪਿਆਰ ਕਰਨ ਲੱਗ ਜਾਂਦਾ ਹੈ, ਜਿਹੜਾ ਸਾਡੀ ਦੇਹ ਨਾਲ ਵੈਰ ਕਰੇ ਉਹਦੇ ਨਾਲ ਵੈਰ ਕਰਨ ਲੱਗ ਜਾਂਦਾ। ਇਹ ਜੀਵ ਅਗਿਆਨ ਕਰਕੇ ਹੈ। ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਬੋਲੋ ਜੀ। ਸੁਣੇ ਦੇਹ ਡਰਾਵਣੇ, ਉਦੋਂ ਇਹ ਦੇਹ ਕਾਇਆ ਹੁਣ ਇਹਦਾ ਅੰਤਰੀ ਭਾਵ ਹੈ। ਜਿਹੜਾ 7 ਪ੍ਰਕਾਰ ਦਾ ਡਰ ਸੀ ਨਾ, ਯਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ, ਅਨਰਖਿਆ ਅਰਗੁਪਤ ਪੈ, ਅਕਸ ਮਾਤਰ ਪੈ ਸਾਥ। ਇਹ ਦੇਹ 7 ਪ੍ਰਕਾਰ ਦੇ ਭੈ ਤੋਂ ਸੁੰਨੀ ਖਾਲੀ ਹੋ ਜਾਂਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਤੇ ਕਦੋਂ ਇਹ ਦੱਸਦੇ ਹਨ, ਜਾ ਜੀਉ ਵਿੱਚ ਹੋ ਜਾਏ, ਜਦੋਂ ਜੀਉ ਜੀਵ ਭਾਵ ਹਿਰਦੇ ਵਿੱਚੋਂ ਅੰਦਰੋਂ ਚਲਿਆ ਜਾਵੇ, ਚਲਿਆ ਜਾਂਦਾ ਹੈ ਗਿਆਨ ਕਰਕੇ। ਆਨੰਦ ਸਰੂਪ ਦੀ ਸਿਖਿਆਤਾਕਾਰ ਜਦੋਂ ਹੋ ਗਈ, ਜੀਵ ਭਾਵ ਹੀ ਨਹੀਂ ਰਿਹਾ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ। ਕਹੋ ਕਬੀਰੇ ਰਾਮ ਕੀ ਅੰਸੇ ਦੀ ਗੱਲ ਦੀ ਸਮਝ ਪੈ ਗਈ। ਤੇ ਫਿਰ ਉਹ ਜੀਵ ਭਾਵ ਮਰਨ ਤੋਂ ਤੇ ਅੰਦਰ ਤੋਂ ਫਿਰ ਜਾਂ ਜੀਉ ਵਿੱਚੋਂ ਜਾਏ। ਜੀਵ ਭਾਵ ਮਰ ਗਿਆ, ਅਗਿਆਨ ਕਰਕੇ ਸੀ, ਅਗਿਆਨ ਮਰ ਗਿਆ ਤੇ ਇਹਦੇ ਨਾਲ ਹੀ ਫਿਰ ਜੀਵ ਭਾਵ ਸੀ ਅੰਦਰ ਜਿਹੜਾ ਉਹ ਵੀ ਚਲਾ ਗਿਆ। ਪਾਏ ਬਲੰਦੀ ਵਿਧੀ, ਜਿਹੜੀ ਤ੍ਰਿਸ਼ਨਾ ਲੋਕ ਪ੍ਰਲੋਕ ਦੇ ਪਦਾਰਥਾਂ ਨੂੰ ਪਾ ਕੇ ਤ੍ਰਿਪਤ ਨਹੀਂ ਸੀ ਹੁੰਦੀ। ਭਾਵ ਕਿ ਜੋ ਭਾਏ ਅੱਗ ਦੀ ਨਿਆਈ ਬੁਲੰਦੀ ਬਲ ਰਹੀ ਸੀ, ਉਹ ਹੁਣ ਬਿਜ ਵੀ ਬੁਝ ਗਈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਜਾਂ ਫਿਰ ਬਿਨ ਸੰਤੋਖ ਨਹੀਂ ਕੂ ਰਾਜੈ, ਸੰਤੋਖ ਆ ਗਿਆ, ਸੰਤੋਖ ਦੀ ਪ੍ਰਾਪਤੀ ਹੋ ਗਈ। ਬਿਨ ਸੰਤੋਖ ਭੁੱਖਾ ਨਹੀਂ। ਇਹ ਤੋਂ ਬਿਨਾਂ, ਸੰਤੋਖ ਤੋਂ ਬਿਨਾਂ ਥੋੜੀ ਕੋਈ ਰਜਦਾ ਹੈ। ਜਦੋਂ ਸੰਤੋਖ ਸੰਤੁਸ਼ਟਤਾ ਆ ਗਈ, ਉਹ ਤ੍ਰਿਸ਼ਨਾ ਦੀ ਅੱਗ ਜਿਹੀ ਹਿਰਦੇ ਜਿਹੜੀ ਚੁੱਲ੍ਹੇ 'ਚ ਬਲਦੀ ਸੀ ਨਾ, ਉਹ ਕਹਿੰਦੇ ਫਲਾਨਿਆ ਤੇਰੇ ਤਾਂ ਬਾਹਲੀ ਅੱਗ ਮਚਦੀ ਹੈ, ਵੀ ਮੈਂ ਮਾਇਆ ਇਕੱਠੀ ਕਰ ਲਾਂ, ਤੇਰੇ ਅੱਗ ਲੱਗੀ ਹੈ। ਉਹ ਤ੍ਰਿਸ਼ਨਾ ਦੀ ਉਹ ਅੱਗ ਹੈ। ਉਹ ਜਦੋਂ ਬੁਝ ਗਈ ਫਿਰ ਅੱਗੇ ਦੱਸਦੇ ਨੇ, ਤੂੰ ਨਾਨਕ ਸਿਓ ਕਾਏ, ਫਿਰ ਕਿਸੇ ਪ੍ਰਕਾਰ ਦਾ ਸੰਕਲਪਾਂ ਵਿਕਲਪਾਂ ਰੂਪੀ ਧੂਆਂ ਵੀ ਨਹੀਂ ਨਿਕਲਦਾ। ਫਿਰ ਸੰਕਲਪ ਵਿਕਲਪ ਹੀ ਖਤਮ ਹੋ ਗਏ, ਇੱਕੋ ਹੀ ਸ਼ਬਦ ਦੀ ਧੁਨ ਰਹੇਗੀ ਫਿਰ। ਤੇ ਨਾ ਫਿਰ ਨਹੀਂ ਨਿਕਲਦਾ, ਕੋਈ ਸੰਕਲਪ ਵਿਕਲਪ ਨਹੀਂ ਫੁਰਦਾ, ਅਖੰਡਾਕਾਰ ਬਿਰਤੀ ਹੋ ਜਾਂਦੀ ਹੈ। ਪੰਚੇ ਰੁੰਨੇ ਦੁੱਖ ਭਰੇ, ਪੰਚੇ ਕੌਣ? ਪੰਜੇ ਕਰਮ ਇੰਦਰੇ ਦੇਹ ਦੇ ਜਿਹੜੇ ਨੇ, ਜਾਂ ਫਿਰ ਪੰਜੇ ਗਿਆਨ ਇੰਦਰੇ, ਇਹ ਵੀ ਪੰਜ ਨੇ। ਇਹਨਾਂ ਦੇ ਭੋਗਾਂ ਵਿੱਚ ਲਾਉਣ ਵਾਲੇ ਜਿਹੜੇ ਕੌਣ ਸੀ? 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਜਿਹੜੇ ਸਾਰੇ ਵਿਕਾਰ ਸੀ, ਇਹ ਫਿਰ ਦੁੱਖ ਭਰੇ ਹੋਏ ਨਾ, ਦੁੱਖ 'ਚ ਭਰੇ ਰੁੰਨੇ ਰੋਂਦੇ ਨੇ ਫਿਰ ਕਿ ਹੁਣ ਅਸੀਂ ਕੀ ਕਰੀਏ। ਵੀ ਇਹ ਅਗਿਆਨੀ ਜਿਹੜਾ ਜੀਵ ਸੀ, ਹੁਣ ਇਹ ਗਿਆਨਵਾਨ ਹੋ ਗਿਆ, ਹੁਣ ਕਿਹੜੇ ਅਗਿਆਨੀ ਨੂੰ ਚਿੰਬੜੀਏ ਜਾ ਕੇ। ਜਦੋਂ ਕੋਈ ਬੰਦੇ ਨਾ ਕੱਢ ਦੇਵੇ ਕਿਤੋਂ, ਕਹਿੰਦਾ ਵੀ ਹੁਣ ਕਿੱਥੇ ਜਾਈਏ, ਸੋਹਣਾ ਟਿਕਾਣਾ ਬਣਿਆ ਹੋਇਆ ਸੀ। ਉਹ ਰੋਂਦੇ ਨੇ ਫਿਰ ਪੰਜੇ ਕਾਮ ਕਰੋ, ਵੀ ਹੁਣ ਕਿਹਨੂੰ ਜਾ ਕੇ ਚਿੰਬੜੀਏ ਅਸੀਂ, ਇਹਨੇ ਤਾਂ ਕੱਢਤਾ ਸਾਨੂੰ ਇੱਥੋਂ। ਇਸ ਕਰਕੇ ਫਿਰ ਉਹ ਰੋਂਦੇ ਹਨ ਦੁੱਖਾਂ ਦੇ ਵਿੱਚ ਭਰੇ ਹੋਏ। ਵਿਨਸੇ ਦੂਜਾ ਭਾਏ, ਕਿਉਂਕਿ ਸਾਨੂੰ ਤਾਂ ਇਹ ਛੱਡ ਗਿਆ। ਉਹਨਾਂ ਦਾ ਦਵੈਸ਼ ਭਾਵ ਵਿਨਸੇ ਨਾਸ ਹੋ ਗਿਆ, ਦਵੈਸ਼ ਹੀ ਨਹੀਂ ਰਹੀ। ਜਦੋਂ ਦਵੈਸ਼ ਨਹੀਂ, ਬਰਮੇ ਬਰਮ ਦਿਸਦਾ, ਕਾਮ ਕਿਹਨੂੰ ਚਿੰਬੜੂਗਾ, ਕ੍ਰੋਧ ਕਿਹਨੂੰ ਚਿੰਬੜੂ, ਲੋਭ ਕਿਹਨੂੰ ਚਿੰਬੜੂਗਾ। ਫਿਰ ਇਹ ਅਵਸਥਾ ਹੋ ਗਈ ਹੈ ਜਦੋਂ ਮੂੜੇ ਰਾਵ ਜਪੋ ਗੁਣਸਾਰ। ਜਿਵੇਂ ਮੂੜਾ ਹੁੰਦਾ ਹੈ, ਮੂੜੇ ਦੇ ਤੇ ਬੈਠੀ ਦਾ ਇਸਤਤ ਹੋਈ ਹੈ, ਦੂਜੇ ਅਰਥ ਦੇ ਵਿੱਚ ਮੂੜੇ ਦੇ ਵਿੱਚੋਂ ਅਰਥ ਨਿਕਲੂਗਾ। ਹੇ ਭਾਈ, ਕਹਿੰਦੇ ਜਿਵੇਂ ਮੂੜੇ ਦੇ ਉੱਤੇ ਇਸਤਤ ਹੋ ਜਾਈਦਾ ਹੈ, ਰਾਮ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ ਸਾਰੇ ਗੁਣਾਂ ਤੋਂ ਜਿਹੜਾ ਸਾਰਿਆਂ ਗੁਣਾਂ ਚੋਂ ਸ੍ਰੇਸ਼ਟ ਗੁਣ ਹੈ,
ਤੇ ਸਾਰ ਸ੍ਰੇਸ਼ਟਤਾਈ ਦੇਣ ਵਾਲਾ ਪਰਮੇਸ਼ਰ ਦਾ ਗੁਣ ਕੀਰਤਨ ਰੂਪ ਵਿੱਚ, ਨਾਮ ਜਪਣ ਵਿੱਚ, ਕਥਾ ਰੂਪ ਦੇ ਵਿੱਚ, ਫਿਰ ਆਪਣੇ ਸਰੂਪ ਦੇ ਵਿੱਚ ਇਸਤਤੀ ਹੋ ਜਾਂਦੀ ਹੈ। ਇਸ ਕਰਕੇ ਹੋਵੇ ਮਮਤਾ ਮੋਹਣੀ, ਦੇਹ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਜਿਹੜੀ ਮੇਰ ਤੇਰ ਸੀ, ਮੋਹਣੀ ਮੋਹ ਲੈਣ ਵਾਲੀ ਜਿਹੜੀ ਮਾਇਆ ਅਤੇ ਧਨ, ਗੁਣਾ ਆਦਿ ਦਾ ਜਿਹੜਾ ਅੱਗੇ ਹੰਕਾਰ ਸੀ। ਹਾਂਜੀ ਬੋਲੋ। ਸਭ ਮੁੱਠੀ ਅਹੰਕਾਰ, ਜਿਹੜਾ ਉਹਨਾਂ ਗੁਣਾਂ ਦਾ ਹੰਕਾਰ ਸੀ, ਪਦਾਰਥਾਂ ਦਾ ਹੰਕਾਰ ਸੀ, ਹੰਗਤਾ ਵਾਲੀ ਜਿਹੜੀ ਬਿਰਤੀ ਸੀ, ਉਹ ਸਭ ਸਾਰੀ ਗੁਰਮੁਖਾਂ ਨੇ ਮੁੱਠੀ ਠੱਗ ਲਈ ਹੈ, ਨਿਵਰਤ ਕਰ ਦਿੱਤੀ ਹੈ। ਬਾਕੀਆਂ ਨੇ ਸੰਸਾਰ ਨੂੰ ਠੱਗਿਆ, ਗੁਰਮੁਖਾਂ ਨੇ ਫਿਰ ਇਹਨੂੰ ਠੱਗ ਲਈ ਹੈ। ਤੇ ਜਿਵੇਂ ਕਬੀਰ ਸਾਹਿਬ ਨੇ ਚੈਲੰਜ ਕੀਤਾ ਵੀ ਭਗਤਾਂ ਨੇ ਉਹ ਮਾਇਆ ਠੱਗ ਲਈ ਜਿਹਨੇ ਸੰਸਾਰ ਠੱਗਿਆ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜਿਨੀ ਨਾਮ ਵਿਸਾਰਿਆ, ਜਿਨ੍ਹਾਂ ਨੇ ਗੁਰਮੁਖ ਜਨਾਂ ਨੇ ਪਰਮੇਸ਼ਰ ਦੇ ਨਾਮ ਵਿੱਚ ਲੱਗ ਕੇ ਦੂਜੀ, ਹਾਂਜੀ ਬੋਲਦੇ ਹੋ, ਦੂਜੀ ਕਾਰ ਲੱਗ, ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਵਿੱਚ ਲੱਗ ਕੇ ਦੂਜੀ ਕਾਰ ਦਵੈਤ ਭਾਵ ਦੀਆਂ ਕਾਰਾਂ ਨੂੰ ਵਿਸਾਰਿਆ, ਭੁਲਾ ਦਿੱਤਾ, ਦੂਜੀਆਂ ਕਾਰਾਂ ਨੂੰ ਚੇਤੇ ਨਹੀਂ ਰੱਖਿਆ ਹੈ। ਦੁਬਦਾ ਲਾਗੇ ਪਤਮ ਹੋਏ, ਉਹਨਾਂ ਦਾ ਮਨ ਜੋ ਪਹਿਲਾਂ ਦੁਬਦਾ ਦਵੈਤ ਵਿੱਚ ਲਾਗੇ ਲੱਗਾ ਸੀ ਨਾ, ਕਹਿੰਦੇ ਹੁਣ ਦੁਬਦਾ ਆਦਿਕ ਵਿਕਾਰ ਜਿਹੜੇ ਨੇ ਇਹਨਾਂ ਵੱਲੋਂ ਪਚ, ਜਿਹੜਾ ਖੱਚਤ ਹੋ ਕੇ ਮੂਹੇ ਮਰ ਰਿਹਾ ਸੀ, ਐਸੀ ਹਾਲਤ ਸੀ ਪਹਿਲਾਂ ਜਿਹੜੇ ਅੰਤਰ ਤ੍ਰਿਸ਼ਨਾ ਅੱਗ, ਤੇ ਹਿਰਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅਗ ਅਗਨੀ ਸੀ ਉਹ ਹੁਣ ਨਿਵਰਤ ਹੋ ਗਈ। ਇਹ ਸਾਰਾ ਕੁਝ ਵੀ ਨਹੀਂ ਰਿਹਾ, ਦੁਬਦਾ ਆਦ ਵੀ ਖਤਮ ਹੋ ਗਈ, ਮਰ ਗਈ ਦੁਬਦਾ। ਗੁਰ ਰਾਖੇ ਸੇ ਉੱਭਰੇ, ਭਾਈ ਰੱਖਿਆ ਕਿ ਸਤਿਗੁਰੂ ਹੋਏ ਨੇ ਜਿਨ੍ਹਾਂ ਦੇ, ਉਹ ਤਿੰਨਾਂ ਲੋਕਾਂ ਦੇ ਵਿੱਚ ਉੱਭਰੇ ਕਿ ਇਹ ਬਚ ਗਏ ਨਾ, ਤੇ ਜਾਂ ਫਿਰ ਪ੍ਰਗਟ ਹੋ ਗਏ, ਸਾਰੇ ਜੈ ਜੈਕਾਰ ਹੋ ਰਹੀ ਹੈ। ਹੋਰ ਬਾਕੀ ਜਿਤਨੀ ਸ੍ਰਿਸ਼ਟੀ ਹੈ ਉਹ ਸੰਸਾਰਕ ਧੰਦਿਆਂ ਵਿੱਚ, ਹੋਰ ਮੁੱਠੀ ਧੰਦਾ ਠੱਗ, ਉਹ ਸੰਸਾਰ ਦੇ ਧੰਦਿਆਂ ਵਿੱਚ ਉਹ ਠੱਗੇ ਗਏ ਨੇ। ਉਹਨਾਂ ਦੀ ਬਿਰਤੀ ਜਿਹੜੀ ਹੈ, ਧੰਦਿਆਂ ਰੂਪੀ ਠੱਗਾਂ ਨੇ ਉਹਨਾਂ ਨੂੰ ਤਾਂ ਮੁੱਠੀ ਲੁੱਟ ਹੀ ਲਿਆ ਹੈ। ਇਹ ਧੰਦਿਆਂ ਸਮੇਤ ਹੋਰ ਸੁਆਦ ਦੇਣ ਵਾਲੀ ਕੀ ਸੀ? ਅਵਿਦਿਆ। ਤੇ ਇਹ ਜਿਹੜੀ ਅਵਿਦਿਆ ਸੀ, ਅਵਿਦਿਆ ਨੂੰ ਬ੍ਰਹਮ ਵਿਦਿਆ ਦੇ ਅਭਿਆਸ ਕਰਕੇ ਫਿਰ ਲੁੱਟ ਲਿਆ ਗੁਰਮੁਖਾਂ ਨੇ। ਉਹਨਾਂ ਨੇ ਇਸ ਪ੍ਰਕਾਰ ਲੁੱਟਿਆ ਹੈ। ਹੋਈ ਪ੍ਰੀਤ ਪਿਆਰ ਗਿਆ, ਉਹਨਾਂ ਦੇ ਮਨਾਂ ਵਿੱਚੋਂ ਸਰੀਰ ਦੀ ਪ੍ਰੀਤ, ਇਹ ਮੂਈ ਪ੍ਰੀਤ ਮਰ ਗਈ ਹੈ। ਤੇ ਸੰਬੰਧੀਆਂ ਦਾ ਜਿਹੜਾ ਪਿਆਰ ਸੀ, ਅਗਿਆਨ ਕਰਕੇ ਕਹਿੰਦੇ ਇਹ ਵੀ ਚਲਿਆ ਗਿਆ। ਉਹਨਾਂ ਦੇ ਹਿਰਦੇ 'ਚ ਸੰਬੰਧੀਆਂ ਦਾ ਪ੍ਰੇਸ਼ਨ ਇਹ ਸੀ ਜਿਹੜਾ ਚਲਾ ਗਿਆ ਮਨਾਂ ਦੇ ਵਿੱਚੋਂ। ਮੋਹ ਵੈਰ ਵਿਰੋਧ, ਮਨਾਂ ਵਿੱਚੋਂ ਵੈਰ ਤੇ ਵਿਰੋਧ, ਝਗੜੇ ਖਤਮ ਹੋ ਗਏ ਨੇ। ਝਗੜਾ ਕਿਸੇ ਨਾਲ ਨਾ, ਗੁਰਮੁਖ ਵੈਰ ਵਿਰੋਧ ਮਿਟਾਵੇ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤੋਂ ਤਨ ਦਿਓ ਹੈ ਢਾਰ। ਇਸ ਪ੍ਰਕਾਰ ਉਹਨਾਂ ਦੀ ਅਵਸਥਾ ਐਸੀ ਹੋ ਗਈ ਹੈ। ਧੰਦਾ ਥੱਕਾ ਹੋਏ, ਜੋ ਜੰਮਣ ਮਰਨ ਦਾ ਕਾਰਨ ਮਾਇਆ ਦਾ ਧੰਦਾ ਹੀ ਸੀ ਨਾ, ਉਹ ਥੱਕ ਗਿਆ। ਥੱਕਣ ਤੋਂ ਭਾਵ ਕਿ ਨਿਵਰਤ ਹੋ ਗਿਆ। ਜੋ ਸੂਖਮ ਤੇ ਕਾਰਨ ਇਹ ਦੇਹਾਂ ਦੀ ਹਉ ਹੰਗਤਾ ਸੀ ਨਾ, ਤੇ ਉਹ ਮੂਈ ਮਰ ਗਈ ਹੈ, ਭਾਵ ਨਿਵਰਤ ਹੋ ਗਈ ਹੈ। ਮਮਤਾ ਮਾਇਆ ਕ੍ਰੋਧ, ਪਦਾਰਥਾਂ ਦੀ ਮਮਤਾ ਮੇਰ ਤੇਰ ਸੀ ਜਿਹੜੀ, ਮਾਇਆ ਦਾ ਮੋਹ, ਕ੍ਰੋਧ ਆਦਿ, ਇਹ ਸਾਰੇ ਨਿਵਰਤ ਹੋ ਗਏ ਗੁਰਮੁਖਾਂ ਦੇ। ਕਰਮ ਮਿਲੈ ਸੱਚ ਪਾਈਐ, ਜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਕਰਮ ਕਿਰਪਾ, ਉਹਦੀ ਕਿਰਪਾ ਹੋ ਜਾਵੇ ਤਾਂ ਐਸਾ ਹੁੰਦਾ ਹੈ। ਜਦੋਂ ਉਹਦੀ ਕਿਰਪਾ ਹੁੰਦੀ ਹੈ ਤਾਂ ਸਤਿਗੁਰੂ ਜੀ ਮਿਲਦੇ ਹੈ। ਮਿਲੇ ਕੌਣ? ਸਤਿਗੁਰੂ ਮਿਲਦੇ ਨੇ। ਤੇ ਪੂਰੀ ਸਤਿਗੁਰੂ ਪਾਸੋਂ ਸੱਚ ਪਾਈਐ, ਸਤ ਸਰੂਪ ਦਾ ਬੋਧ ਪਾਈਐ, ਗਿਆਨ ਪਾਈਦਾ। ਇਸ ਪ੍ਰਕਾਰ ਜਿਹੜੇ ਗੁਰਮੁਖ ਜਨ ਹਨ, ਗੁਰਮੁਖ ਸਦਾ ਨਿਰੋਧ, ਗੁਰਮੁਖ ਜਨ ਸਦਾ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਵੱਲੋਂ ਨਿਰੋਧ ਕਹੀਏ, ਰੋਕ ਲੈਂਦੇ ਐ। ਸਾਰੇ ਔਗਣਾਂ ਉਤੇ ਫਤਿਹ ਪਾ ਲੈਂਦੇ, ਫਤਿਹ ਪਈ ਮਨ ਜੀਤ ਹੋ ਜਾਂਦਾ। ਸੱਚੀ ਕਾਰੈ ਸੱਚ ਮਿਲੈ, ਗੁਰਮੁਖਾਂ ਦੇ ਕਾਰੈ ਕਾਰ ਭਾਵ ਪਰਮੇਸ਼ਰ ਦੀ ਸੱਚੀ ਭਗਤੀ ਕਰਨੀ, ਇਹੀ ਕਾਰ ਗੁਰਮੁਖਾਂ ਦੀ ਹੈ। ਇਸ ਕਰਕੇ ਉਹ ਸੱਚ ਸਤ ਸਰੂਪ ਨੂੰ ਮਿਲ ਜਾਂਦੇ ਹਨ। ਗੁਰਮਤਿ ਪੱਲੇ ਪਾਏ, ਪਰ ਜਿਨ੍ਹਾਂ ਨੂੰ ਹਿਰਦੇ ਰੂਪੀ ਪੱਲੇ ਦੇ ਅੰਦਰ ਜਿਨ੍ਹਾਂ ਦੇ ਗੁਰਮਤਿ ਪਾਏ ਪ੍ਰਾਪਤ ਕਰੀ, ਆਹ ਹੈ ਗੁਰੂ ਦੀ ਮੱਤ। ਜਿਹੜੀ ਮੱਤ ਦਾ ਅਰਥ ਹੈ ਸਿੱਖਿਆ। ਗੁਰੂ ਦੀ ਸਿੱਖਿਆ ਕੀ ਹੈ? ਗੁਰਬਾਣੀ। ਇਹ ਗੁਰਬਾਣੀ ਦੇ ਅਰਥ ਵਿਚਾਰਦੇ ਹੋ, ਸੁਣਦੇ ਹੋ,
ਮੰਨਣ ਵਿੱਚ ਲਿਆਓਗੇ। ਇਹੀ ਗੁਰਮਤਿ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਗੁਰਮਤਿ ਜਿਨ੍ਹਾਂ ਨੇ ਪਾ ਲਈ ਹੈ। ਤੇ ਉਹਨਾਂ ਦੀ ਫਿਰ ਦੱਸਦੇ ਨੇ ਅਵਸਥਾ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਗੁਰਮਤਿ ਧਾਰਨ ਦਾ ਇਹ ਫਲ ਪ੍ਰਾਪਤ ਹੁੰਦਾ ਹੈ। ਉਹ ਗੁਰਮੁਖ ਨਰ ਪੁਰਸ਼ ਮੌਤ ਦੇ ਮਾਰੇ ਹੋਏ ਨਾ ਤਾਂ ਮਰਦੇ ਨੇ ਤੇ ਨਾ ਹੀ ਵਾਸ਼ਨਾ ਕਰਕੇ ਜੰਮਦੇ ਨੇ। ਵਾਸ਼ਨਾ ਕਰਕੇ ਜਨਮ ਹੋਣਾ ਸੀ, ਨਾ ਉਹ ਜੂਨਾਂ ਵਿੱਚ ਆਉਂਦੇ ਨੇ, ਨਾ ਪ੍ਰਲੋਕ ਨੂੰ ਹਿਸਾਬ ਕਿਤਾਬ ਦੇਣ ਵਾਸਤੇ ਜਾਏ ਜਾਂਦੇ ਨੇ। ਆਵਣ ਜਾਣਾ ਮੁੱਕ ਗਿਆ ਉਹਨਾਂ ਦਾ। ਇਹ ਅਵਸਥਾ ਨੂੰ ਪ੍ਰਾਪਤ ਹੋ ਗਏ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ, ਸੋ ਉਹ ਗਿਆਨ ਸਰੂਪ ਦੇ ਦਰ ਦੁਆਰ ਵਿੱਚ ਇਸਤਤ ਹੋ ਕੇ ਪ੍ਰਧਾਨ ਮੁਖੀ ਹੋ ਜਾਂਦੇ। ਉਹਨਾਂ ਦੇ ਸਾਰੇ ਵਿਕਾਰ ਜਿੱਤ ਲਏ ਤੇ ਫਿਰ ਉਹ ਦਰ ਦਾ ਅਰਥ ਹੈ ਅੰਦਰ, ਅੰਤਸ਼ਕਰਨ ਰੂਪੀ, ਅੰਤਸ਼ਕਰਨ ਦੇ ਗਹਿ ਜਗ੍ਹਾ ਦੇ ਦਰ, ਗਹਿ ਜਗ੍ਹਾ ਦਰ ਅੰਦਰ, ਅੰਤਸ਼ਕਰਨ ਦੇ ਵਿੱਚ ਉਹਨਾਂ ਨੂੰ ਸਰੂਪਾਨੰਦ ਵੀ ਸਿਰੋਪੋ ਪੁਸ਼ਾਕਾ ਪਹਿਨਾਇਆ ਜਾਂਦਾ ਹੈ। ਪਰਮਾਤਮਾ ਇਹ ਪੁਸ਼ਾਕ ਪਹਿਨਾ ਦਿੰਦਾ। ਦਰਗਾਹ ਸੱਚਖੰਡ ਵਿੱਚ ਜਸ ਰੂਪੀ ਪੁਸ਼ਾਕਾ ਪਹਿਨਾਇਆ ਜਾਂਦਾ ਹੈ। ਪਹਿਦਾ ਪਹਿਨਣ ਤੋਂ ਭਾਵ ਹੈ ਉਹ ਗੁਰਮੁਖ ਜੀ ਦਰਗਾਹ ਵਿੱਚ ਗਿਆ ਹੋਇਆਂ ਨੂੰ ਭਾਵ ਕੀ ਹੈ, ਸਤਿਕਾਰ ਹੁੰਦਾ ਹੈ। ਇਹਦੇ ਦੂਰੇ ਅਰਥ ਦੇ ਵਿੱਚ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸ੍ਰੀ ਰਾਗ ਮਹੱਲ ਪਹਿਲਾ। ਇਹ ਪਹਿਲਾਂ ਵੀ ਦੱਸਿਆ ਸੀ ਕਿ ਸ੍ਰੀ ਰਾਗ 'ਚ 3 ਸ਼ਬਦ ਇਹ ਮਹੱਲ ਦੇ ਨਾਲ ਹੀ ਆਉਂਦੇ ਆ, ਜਿਨ੍ਹਾਂ ਵਿੱਚ ਮਹੱਲ ਸ਼ਬਦ ਵਰਤੇ ਹੈ। ਉਹਦੇ ਵਿੱਚ 16 ਅੰਗ ਤੇ 18 ਅੰਗ ਤੇ ਹੁਣ 19 ਅੰਗ ਦੇ ਉੱਤੇ, ਜਿੱਥੇ ਹੁਣ ਆਪਾਂ ਇਸ ਥਾਂ ਤੇ ਕਥਾ ਚੱਲ ਰਹੀ ਹੈ। ਇਹ 6ਵਾਂ ਸ਼ਬਦ 12ਵਾਂ ਤੇ 15ਵਾਂ ਸ਼ਬਦ ਇਹ ਮਹੱਲ ਦੇ ਨਾਲ ਹੀ ਸੁੱਧ ਹੈ। ਇਹਦੇ 'ਚ ਕਿਸੇ ਨੇ ਆਪਣੇ ਕੋਲੋਂ ਮਹੱਲਾ ਲਾਉਣ ਦੀ ਮਨਮਤ ਨਹੀਂ ਕਰਨੀ ਹੈ। ਕਈ ਪਾਠੀ ਹੈ ਵੀ ਉਹਨਾਂ ਨੂੰ ਇਹ ਚੇਤਾ ਹੁੰਦਾ ਵੀ ਖਾਨੀ ਮਹਾਰਾਜ ਤੋਂ ਜਾਂ ਖਾਨੀ ਕਿਤੇ ਪ੍ਰੈਸ 'ਚੋਂ ਰਹਿ ਗਿਆ ਵੀ ਲਾ ਦਈਏ ਮਹੱਲਾ। ਐਸਾ ਕਦੀ ਵੀ ਨਹੀਂ ਕਰਨਾ। ਅਗਿਆਨ ਹੋ ਗਿਆ ਪੁਰਾਣੇ ਸਰੂਪਾਂ ਦੇ ਵਿੱਚ। ਕਿਸੇ ਕੋਲ ਮਹੱਲਾ ਹੋ ਸਕਦਾ ਹੈਗਾ ਇਸ ਪੋਥੀ 'ਚ, ਇਹਨੂੰ ਸੋਧ ਲੈਣਾ ਭਾਈ। ਮਹੱਲਾ ਪਾਠ ਜਿਹੜਾ ਸ਼ਬਦ ਹੈ ਮਹੱਲ ਸ਼ਬਦ ਹੀ ਸ਼ੁੱਧ ਹੈ। ਸੋ ਇਸ ਕਰਕੇ ਹੁਣ ਮਹਾਰਾਜ ਸਾਹਿਬ ਜੀ ਅੱਗੇ ਉਪਦੇਸ਼ ਦਿੰਦੇ ਨੇ ਤੇ ਇਸ ਸ਼ਬਦ ਵਿੱਚ ਮਿਰਤਕ ਸਰੀਰ ਪ੍ਰਥਾਏ ਉਚਾਰਨ ਕੀਤਾ ਹੋਇਆ ਮਹਾਰਾਜ ਨੇ। ਉਹ ਜਿਸ ਵੇਲੇ ਮਹਾਰਾਜ ਸਾਹਿਬ ਜੀ ਉਸੇ ਪਹਿਲੇ ਸ਼ਬਦ ਦੇ ਭਾਵ ਦੇ ਵਿੱਚ ਹੀ ਕਹਿੰਦੇ ਉਚਾਰਦੇ ਹਨ, ਤਨ ਜਲ ਵਲ ਮਾਟੀ ਭਇਆ। ਮੌਤ ਤੋਂ ਉਪਰੰਤ ਸਰੀਰ ਜਿਹੜਾ ਹੈ ਉਹ ਚਿਖਾ ਵਿੱਚ ਰੱਖਿਆ ਜਾਂਦਾ ਹੈ। ਸਰੀਰ ਅਗਨੀ ਦੇ ਨਾਲ ਜਲ ਬਲ ਕੇ ਉਹ ਮਾਟੀ ਸੁਆਹ ਹੋ ਜਾਂਦਾ ਹੈ। ਤਨ ਜਲ ਉਹੀ ਤਨ ਸਰੀਰ ਸੀ ਜਿਹਨੂੰ ਮਾਲਸਾਂ ਕਰਦਾ ਫਿਰਦਾ ਸੀ, ਜਿਹਨੂੰ ਕਹਿੰਦਾ ਸੀ ਵੀ ਦੂਸਰਿਆਂ ਦਾ ਖਾਣਾ ਵੀ ਮੈਨੂੰ ਹੀ ਮਿਲ ਜਾਏ। ਬੜਾ ਲਾਲਚ ਸੀ ਵੀ ਮੇਰਾ ਸਰੀਰ ਜਿਹੜਾ ਹੈ ਮੈਂ ਠੀਕ ਚਾਹੀਦਾ। ਪੁਰਾਣੇ ਸਮੇਂ ਦੇ ਅੰਦਰ ਐਸੀਆਂ ਸਾਖੀਆਂ ਮਿਲਦੀਆਂ ਸਾਧ ਸੰਗਤ ਜੀ, ਮਨ ਢਲ ਜਾਂਦਾ ਹੈ। ਪੁਰਾਣੇ ਸਮੇਂ ਗੁਰਸਿੱਖਾਂ ਦਾ ਸੁਭਾਅ ਕੀ ਹੁੰਦਾ ਸੀ, ਸਮਝ ਲਓ ਵੀ ਕਿਸੇ ਨੂੰ ਪਿਆਸ ਲੱਗੀ ਹੈ, ਉਹ ਕਹਿੰਦਾ ਨਹੀਂ ਤੂੰ ਪੀ ਲੈ ਪਾਣੀ, ਕੋਈ ਨਹੀਂ ਮੈਂ ਸਾਰ ਲੂੰਗਾ। ਇਸ ਤਰ੍ਹਾਂ ਪਾਣੀ 1 ਗਲਾਸ ਹੈ, ਉਹ ਕਹਿੰਦਾ ਨਾ ਵੀ ਮੈਂ ਤਾਂ ਨਹੀਂ ਇਕੱਲਾ ਪੀ ਸਕਦਾ, ਅੱਧਾ ਪੀਵਾਂਗੇ। ਜੇ 1 ਗਲਾਸ ਹੈ ਅੱਧਾ ਕਰਨਾ। 1 ਤਿਲ ਮਿਲਿਆ ਗੁਰੂ ਨਾਨਕ ਸਾਹਿਬ ਨੂੰ, ਸਿੱਧਾ ਨੇ ਪਰਖਣਾ ਕੀਤੀ ਵੀ ਇਹ ਤਿਲ ਨੂੰ ਕਿਵੇਂ ਵੰਡਣਗੇ। ਅਸੀਂ ਤਾਂ ਪਾਣੀ ਨਹੀਂ ਬਣ ਸਕਦੇ ਇੱਕੋ ਜਿਹਾ, ਖੁਰਾਕ ਨਹੀਂ ਬਣ ਸਕਦੇ ਇੱਕੋ ਜੀ, ਕਿਉਂਕਿ ਮਨਮਤ ਆ ਗਈ। 1 ਤਿਲ ਮਿਲਿਆ, ਪਾਣੀ ਦੇ ਚ ਘੋੜ ਕੇ ਐਨ ਚੰਗੀ ਤਰ੍ਹਾਂ ਮਹਾਰਾਜ ਨੇ ਕਹਿੰਦੇ ਬਾਲਿਆ ਕੁੰਡੀ ਐਨ ਘੋੜ ਕੇ ਨਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਲਾ ਕੇ ਜਿੰਨੇ ਸਿੱਧ ਸੀ ਸਾਰਿਆਂ ਨੂੰ ਥੋੜਾ ਪਿਆਤਾ। ਕਹਿੰਦੇ 1 ਤਿਲ ਸਾਰਿਆਂ ਸਿੱਧਾਂ ਨੂੰ ਪਿਆਤਾ ਗੁਰੂ ਨਾਨਕ। ਇੱਥੋਂ ਸਾਨੂੰ ਸਿੱਖਿਆ ਕੀ ਦਿੱਤੀ, ਨਾਮ ਜਪਣਾ, ਵੰਡ ਕੇ ਛਕਣਾ। ਛਕਣ ਵੇਲੇ ਇਹ ਧਿਆਨ ਰੱਖਣਾ ਕਿਸੇ ਬਾਤ ਘਾਟ ਦੇ ਵਿੱਚ ਹੈ, ਉਹ ਫਿਰ ਮਨਮਤ ਹੋ ਜਾਂਦੀ ਹੈ। ਇਹ ਜਿਹੜਾ ਤਨ ਸੀ ਜਿਹਨੂੰ ਪਾਰ ਰਿਹਾ ਸੀ, ਅਨਕ ਯਤਨ ਕਰ ਕਾਇਆ ਪਾਲੀ। ਰਿਜ਼ਲਟ ਕੀ ਹੋਇਆ, ਨਤੀਜਾ ਕੀ ਨਿਕਲਿਆ, ਜਦੋਂ ਮਰ ਗਿਆ ਫਿਰ ਅਗਨ ਸੰਗ ਜਾਲੀ ਹੋਊਗਾ। ਸੋ ਤਨ ਜਲੈ ਕਾਟ ਕੇ ਸੰਗ ਹੀ ਹੋਊਗਾ। ਤੋ ਇਸ ਕਰਕੇ ਚਿਖਾ ਤੇ ਰੱਖਿਆ, ਜਦੋਂ ਚੱਲ ਬਲ ਜਾਂਦਾ ਸੁਆਹ ਹੋ ਜਾਂਦਾ ਹੈ। ਤੇ ਮਾਇਆ ਦਾ ਜਿਹੜਾ ਮੋਹ ਸੀ ਤੇ ਉਹ ਵੀ ਤਨ ਜਲ ਬਲ ਮਾਟੀ ਭਇਆ। ਇਹ ਤਾਂ ਸੜ ਕੇ ਸੁਆਹ ਹੋ ਗਿਆ ਹੈ ਸਰੀਰ ਜਿਹੜਾ ਜੇ। ਮਨ ਮਾਇਆ ਮੋਹਿ ਮਨੂਰ। ਮਾਇਆ ਦਾ ਮੋਹਿਆ ਹੋਇਆ ਜਿਹੜਾ ਮਨ ਸੀ ਉਹ ਮਨੂਰ, ਲੋਹੇ ਦੀ ਮੈਲ ਨੂੰ ਕਹਿੰਦੇ ਨੇ। ਉਹਦੀ ਨਿਆਈ ਪਾਪਾਂ ਦੀ ਮੈਲ ਦਾ ਭਾਰੀ ਹੋਇਆ ਵਾ। ਮਨ ਮੌਤ ਦੇ ਸਮੇਂ ਜੜ ਮੂਰਛਤ ਹੋ ਜਾਂਦਾ ਹੈ। ਵਸਿਸ਼ਠ ਪੁਰਾਣ ਵਿੱਚ ਲਿਖਿਆ ਹੋਇਆ ਹੈ,
ਕਿ ਮੂਰਛਤ ਮਨ ਜਿਹੜਾ ਉਹ ਪੱਥਰ ਦੀ ਜੂਨ ਵਿੱਚ ਜਾਂਦਾ, ਫਿਰ ਅੱਗੇ ਜੁਗਾਂ ਤੱਕ ਜੜੀ ਹੋਇਆ ਰਹਿੰਦਾ ਜੇ ਮੂਰਛਤ ਨਾ ਖੁੱਲੇ। ਤੇ ਜਦੋਂ ਮੂਰਛਤਾ ਖੁੱਲਦੀ ਹੈ ਤੇ ਕੀਤੀਆਂ ਕਰਤੂਤਾਂ ਪ੍ਰਗਟ ਹੋ ਜਾਂਦੀਆਂ। ਨਾਲੇ ਚੰਗੇ ਕਰਮ ਜੇ ਚੰਗੇ ਹੋਣਗੇ ਤਾਂ ਰਾਮਗਣ ਲੈਣ ਵਾਸਤੇ ਆ ਜਾਣਗੇ, ਉਨਾ ਚਿਰ ਤਾਂ ਲਿਜਾਂਦੇ ਨਹੀਂ, ਖੜੇ ਰਹਿੰਦੇ ਨੇ ਕੋਲ। ਜੇ ਮਾੜੇ ਕਰਮ ਹੋਣਗੇ ਤਾਂ ਜਾਮ ਲੈ ਜਾਣਗੇ, ਜਾ ਕੇ ਦੰਡ ਦੇਣਗੇ। ਖੰਡੇ ਧਾਰ ਗਲੀ ਅਤੇ ਪੀੜੀ ਲੇਖਾ ਲੀਜੈ, ਜਿਉਂ ਤਿਲ ਪੀੜੀ ਇਹ ਹਾਲਤ ਹੋ ਜਾਊਗੀ। ਤੋ ਇਸ ਕਰਕੇ ਮਨ ਮਾਇਆ ਮੋਹ ਮਨੂਰ ਇਹ ਹਾਲਤ ਹੋ ਜਾਣੀ ਹੈ। ਵਿਸ਼ੇਸ਼ ਪੁਰਾਣ ਵਿੱਚ ਲਿਖਿਆ ਵੀ ਜਿਹੜੇ ਪੁੰਨੀ ਪੁਰਸ਼ ਨੇ ਉਹ ਵੀ ਨਾ ਜਦੋਂ ਕਹਿੰਦੇ ਉਹਨਾਂ ਨੂੰ ਸਰੀਰ ਛੁੱਟਦਾ ਉਹ ਵੀ 4 ਘੜੀਆਂ ਮੂਰਛਤ ਆ ਜਾਂਦੀ ਹੈ ਉਹਨਾਂ ਨੂੰ ਵੀ। ਉਸ ਸਮੇਂ ਕਿਸੇ ਪਾਸੋਂ ਜਾਣ ਦਾ ਹੁੰਦਾ ਤੇ ਜਿਹੜੇ ਪਾਸੇ ਦੀ ਇੱਛਾ ਹੁੰਦੀ ਹੈ ਉਹ ਵਾਸ਼ਨਾ ਲੈ ਜਾਂਦੀ ਹੈ। ਫਿਰ ਸਾਰੇ ਰਾਹ ਦਿਖਾ ਦਿੰਦੇ, ਜਾਂ ਪੁੰਨ ਕਰਨ ਵਾਲਿਆਂ ਨੂੰ ਸਤਿਕਾਰ ਨਾਲ ਲੈ ਜਾਂਦੇ ਨੇ, ਪਾਪ ਕਰਨ ਵਾਲਿਆਂ ਨੂੰ ਗਲ 'ਚ ਸੰਗਲ ਪਾ ਕੇ ਲੈ ਜਾਂਦੇ ਨੇ, ਅਪਰਾਧੀਆਂ ਨੂੰ ਉਸ ਤਰ੍ਹਾਂ ਲੈ ਕੇ ਜਾਂਦੇ ਆ। ਇਹ ਹਾਲਤ ਫਿਰ ਹੋ ਜਾਂਦੀ ਹੈ। ਔਗਣ ਫਿਰ ਲਾਗੂ ਭਏ, ਜਿਹੜੇ ਔਗਣ ਸੀ, ਪਾਪ ਕੀਤੇ ਸੀ, ਉਹ ਫਿਰ ਉਲਟੇ ਲਾਗੂ ਬੈਰੀ ਹੋ ਜਾਂਦੇ ਨੇ, ਫਿਰ ਉਹ ਸ਼ਤਰੂ ਬਣ ਜਾਂਦੇ ਨੇ ਫਿਰ ਉਹ। ਤੇ ਜਿਹੜੇ ਝੂਠ ਆਦ ਹਨ, ਪੂਰ ਵਜਾਵੇ ਤੂਰ, ਤੇ ਤੂਰ ਨਾ ਹੁੰਦਾ ਬਾਜੇ ਦਾ, ਝੂਠ ਬਾਜਾ ਵਜਾਉਂਦਾ। ਕਿਹੜਾ ਬਾਜਾ ਵਜਾਉਂਦਾ ਹੈ? ਕੂਰ ਝੂਠ ਹੈ ਜਿਹੜਾ ਤੂਰ ਬਾਜਾ ਵਜਾਵੇ ਵਜਾਉਂਦਾ ਹੈ, ਉਹ ਝੂਠ ਉਹਦੇ ਸਿਰ ਦੇ ਉੱਤੇ ਚੜ੍ਹ ਕੇ ਬਾਜਾ ਵਜਾਉਣਾ। ਇਹੀ ਹੈ ਵੀ ਫਲਾਣੇ ਟਾਈਮ ਤਾਂ ਆਹ ਝੂਠ ਬੋਲਿਆ ਸੀ, ਫਲਾਣੇ ਟਾਈਮ ਆਹ ਝੂਠ ਬੋਲਿਆ ਸੀ। ਉਹ ਝੂਠ ਇਹਨੂੰ ਸਜ਼ਾ ਦਵਾਉਂਦਾ। ਫਿਰ ਇਹ ਸਿਰ ਤੇ ਚੜ੍ਹ ਕੇ ਇਹ ਬਾਜਾ ਇਹ ਵਜਿਆ ਉਹਦੇ ਸਿਰ ਦੇ ਉੱਤੇ ਹੈ, ਕਹਿੰਦਾ ਫਲਾਣੇ ਦਾ ਬਾਜਾ ਵਜਾਤਾ। ਉਹ ਦੇਖ ਲਓ ਵੀ ਕੀ ਅਰਥ ਕੱਢੇ। ਆਹੀ ਹੈ ਇੱਥੇ ਝੂਠ ਦਾ ਹੈ ਜੀ। ਬਿਨ ਸ਼ਬਦ ਪਰਮਾਈ ਹੈ, ਇਉਂ ਫਿਰ ਝੂਠ ਨੇ ਬਾਜੇ ਵਜਾ ਦੇਣੇ ਹੈ। ਬਿਨਾਂ ਸ਼ਬਦ ਦੀ ਕਮਾਈ ਤੋਂ ਬਿਨ ਸ਼ਬਦ ਦੇ ਭਰਮਾਈ ਹੈ। ਜੀਵ ਨੂੰ ਜੂਨਾਂ 'ਚ ਭਰਮਾਇਆ ਜਾਂਦਾ ਹੈ। ਦੁਬਦਾ ਡੁੱਬੇ ਪੂਰ, ਇਹਨ ਦੁਬਦਾ ਕਰ ਬਹੁਤੇ ਗਾਲੇ। ਦੁਚਿਤੀ ਜਿਹੜੀ ਹੈ, ਦਵੈਤ ਜਿਹੜੀ ਹੈ, ਇਹਨੇ ਤਾਂ ਪੂਰਾਂ ਦੇ ਪੂਰ ਡੋਬ ਦਿੱਤੇ ਨੇ। ਤੇ ਦੁਬਦਾ ਜਿਹੜੀ ਹੈ, ਇਹ ਦੁਬਾਰੇ ਫਿਰ ਪੰਕਤੀ ਬੋਲ ਦਿਓ ਜੀ। ਬਿਨ ਸ਼ਬਦ ਪਰਮਾਈ ਹੈ, ਬਿਨਾਂ ਸ਼ਬਦ ਤੋਂ ਜੀਵ ਨੂੰ ਜੰਮਣ ਮਰਨ ਦੇ ਵਿੱਚ ਚੱਕਰ ਘਟਾਏ ਜਾਣਗੇ 84 ਲੱਖ ਜੋਨ ਦੇ। ਦੁਬਦਾ ਡੋਬੇ ਪੂਰ, ਤੇ ਦੁਬਦਾ ਨੇ ਤਾਂ ਫਿਰ ਦੁਚਿਤੀ ਨੇ, ਦਵੈਸ਼ ਨੇ ਜਿਹੜੀ ਨਫ਼ਰਤ ਕਰਨੀ ਹੈ ਕਿਸੇ ਨੂੰ, ਕਹਿੰਦੇ ਇਹ ਤਾਂ ਪੂਰਾਂ ਦੇ ਪੂਰ ਡੋਬ। ਤੇ ਪੂਰ ਕੀ ਹੁੰਦੇ ਆ? ਜਿੰਨੇ ਲੋਕ ਬੇੜੀ ਦੇ ਵਿੱਚ ਬੈਠ ਸਕਣ। ਤੇ ਉਹ ਜਿਸ ਵੇਲੇ ਬੇੜੀ ਭਰ ਜਾਂਦੀ ਆ ਉਹ ਕਹਿੰਦੇ ਵੀ ਅਸੀਂ ਵੀ ਪੂਰਾ ਹੋ ਗਿਆ। ਪੂਰ ਦਾ ਮਤਲਬ ਪੂਰ ਹੋਰ ਨਹੀਂ ਬੰਦਾ ਬਿਠਾ ਸਕਦਾ। ਤੇ ਪੂਰ ਭਰ ਗਿਆ, ਕਿਸੇ ਚੀਜ਼ ਦਾ ਭਰ ਜਾਣਾ ਉਹਨੂੰ ਪੂਰ ਕਹਿੰਦੇ ਨੇ। ਉਹ ਬੇੜੀ ਤੋੜ ਦਿੱਤੀ ਜਾਂਦੀ। ਇਹ ਡੁੱਬਦਾ ਨੇ ਤਾਂ ਕਹਿੰਦੇ ਜਿਵੇਂ ਪੂਰਾਂ ਦੇ ਪੂਰ ਇੱਕ ਮਲਾਹ ਇੱਕ ਕਿਨਾਰੇ ਤੋਂ ਦੂਜੇ ਥਾਂ ਲੈ ਜਾਂਦਾ ਹੈ, ਕਹਿੰਦੇ ਇਸ ਤਰ੍ਹਾਂ ਪੂਰਾਂ ਦੇ ਪੂਰ ਡੋਬ ਦਿੱਤੇ ਨੇ ਡੁੱਬਦਾ ਨੇ, ਛੱਡਿਆ ਨਹੀਂ ਹੈ ਕੋਈ। ਮਨ ਰੇ ਸ਼ਬਦ ਤਰਹੁ ਚਿਤ ਲਾਏ, हे ਮਨ, ਜੇ ਤੂੰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦਾ, ਮਨ ਰੇ ਸ਼ਬਦ ਤਰਹੁ ਚਿਤ ਲਾਏ, ਤਾਂ ਸਤਿਗੁਰਾਂ ਦੇ ਸ਼ਬਦ ਦਾ ਅਰਥ ਹੈ ਉਪਦੇਸ਼ ਦੇ ਵਿੱਚ ਚਿੱਤ ਹਿਰਦੇ ਨੂੰ ਲਾਏ, ਲਾਉਣਾ ਕਰ। ਜਾਂ ਫਿਰ ਸ਼ਬਦ ਕੀ ਹੈ? ਗੁਰਮੰਤਰ, ਮੂਲ ਮੰਤਰ, ਬਾਣੀ। ਇਹਦੇ ਵਿੱਚ ਉਪਦੇਸ਼ ਦੇ ਵਿੱਚ, ਨਾਮ ਦੇ ਵਿੱਚ, ਨਾਮ ਰੂਪੀ ਸ਼ਬਦ ਦੇ ਵਿੱਚ ਮਨ ਲਾ, ਤਾਂ ਸੰਸਾਰ ਤੋਂ ਤਰੇਗਾ ਤੂੰ। ਜਿਨ ਗੁਰਮੁਖ ਨਾਮ ਨ ਬੂਝਿਆ, ਜਿਨ੍ਹਾਂ ਨੇ ਗੁਰਮੁਖ ਦਾ ਅਰਥ ਹੈ ਮੁਖੀ ਗੁਰੂ ਸਾਹਿਬ ਦੁਆਰਾ, ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਨਾਮ, ਜਿਹੜਾ ਗੁਰਸਿੱਖਾਂ ਦੀ ਸੰਗਤ ਵਿੱਚੋਂ ਨਹੀਂ ਬੁੱਝਿਆ ਜਾਣਾ ਨਹੀਂ ਅਗਿਆਨੀਆਂ ਨੇ, ਪੁੱਛਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਨਾਮ ਦੇ ਬਾਰੇ ਕਦੇ ਪੁੱਛਿਆ ਹੀ ਨਹੀਂ ਹੈ। ਤੇ ਇਸ ਕਰਕੇ ਉਹ ਜਾਂ ਫਿਰ ਸਮਝਿਆ ਉਹ ਬਾਸ਼ਨਾ ਦੇ ਬੱਧੇ ਹੋਏ ਸੰਸਾਰ ਵਿੱਚ ਮਰ ਜਨਮੈ ਆਵੇ ਜਾਏ। ਬਾਸਨਾ ਇੱਕ ਸੰਗਲ ਹੈ, ਇਹਨੇ ਬੰਨ ਕੇ ਲੈ ਜਾਣਾ। ਜੰਮਦੇ ਮਰਦੇ ਆਉਂਦੇ ਜਾਂਦੇ ਰਹਿੰਦੇ ਨੇ, ਜਨਮ ਧਾਰ ਕੇ ਆ ਗਏ, ਮਰ ਕੇ ਚਲੇ ਗਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਮੰਤਰ ਸ਼ਬਦ ਕਿਹੜਾ? ਵਾਹਿਗੁਰੂ ਮੰਤਰ ਹੈ ਭਾਈ। ਗੁਰ ਰਸਨਾ ਅੰਮ੍ਰਿਤ ਬੋਲਦੀ ਗੁਰਬਾਣੀ ਹੈ ਇਹ ਸ਼ਬਦ ਨੇ। ਗੁਰਬਾਣੀ ਰੂਪ ਨਾਮ ਨੂੰ ਸਮਝਿਆ ਤੇ ਜਪਿਆ ਹੀ ਜਿਨ੍ਹਾਂ ਸਿੱਖਾਂ ਦੀ, ਉਹ ਇਹਨਾਂ ਜੀ ਸਮਝ ਲਿਆ, ਜਪ ਲਿਆ, ਉਹਨਾਂ ਦੀ ਕਲਿਆਣ ਹੋ ਗਈ, ਉਹ ਮੁਕਤ ਹੋ ਜਾਂਦੇ ਹਨ। ਅਸਥਾਈ ਦੇ ਕੇ ਅੱਗੇ ਫਰਮਾਨ ਕਰਦੇ ਹਨ ਮਹਾਰਾਜ ਸਾਹਿਬ ਜੀ,
ਤੇ ਅਸਥਾਈ ਦਾ ਭਾਵ ਹੈ ਪਿੱਛੇ ਰਹਾਉ ਦੇ 9 ਅਰਥ ਹੋ ਚੁੱਕੇ ਨੇ, ਬਾਰ-ਬਾਰ ਕਰਨ ਦੀ ਲੋੜ ਨਹੀਂ ਹੁੰਦੀ। ਅਸਥਾਈ ਦੇ ਕੇ ਫਰਮਾਉਂਦੇ ਹਨ ਤਨ ਸੁੱਚਾ ਸੋ ਆਖੀਐ। ਕਹਿੰਦੇ ਭਾਈ ਸੋ ਦਾ ਅਰਥ ਹੁੰਦਾ ਉਹ ਤਨ ਸਰੀਰ ਦਾ ਨਾਮ ਹੈ, ਸੁੱਚਾ ਪਵਿੱਤਰ ਕਹੀਦਾ, ਉਹ ਤਨ ਸੁੱਚਾ ਕਹੀਦਾ ਕਿ ਕਿਹੜਾ ਤਨ ਜਿਸ ਦੇ ਵਿੱਚ ਜਿਸ ਵਿੱਚ ਸੱਚਾ ਨਾਮ, ਜੇ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਕਹਿੰਦੇ ਉਹ ਹੈ ਸੱਚਾ। ਤੇ ਜਿਹੜੇ ਲੋਕ ਤਨ ਪਵਿੱਤਰ ਕਰਨ ਲਈ ਤੀਰਥਾਂ ਦੇ ਉੱਤੇ ਜਾਂਦੇ ਨੇ ਤੇ ਤਨ ਨੂੰ ਨਹਾ ਕੇ ਆਪਣੇ ਆਪ ਨੂੰ ਪਵਿੱਤਰ ਮੰਨਦੇ ਨੇ, ਸਰੀਰ ਦੀ ਪਵਿੱਤਰਤਾ ਵੀ ਸਰੀਰ ਦੁਆਰਾ ਨਾਮ ਜਪਿਆ ਹੀ ਹੈ। ਤੀਰਥਾਂ ਤੇ ਨਹਾ ਲਿਆ, ਪਾਪਾਂ ਦੀ ਜਿਹੜੀ ਮੈਲ ਮਨ ਨੂੰ ਲੱਗੀ ਆ ਉਹ ਕਿੱਥੇ ਲਹੂਗੀ? ਨਾਮ ਤੋਂ ਬਿਨਾਂ ਨਹੀਂ ਲੈਂਦੀ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵਾ ਕਿਰਾ। ਤੇ ਪਾਪਾਂ ਤੋਂ ਬਚ ਕੇ ਸਰੀਰ ਨੂੰ ਪਵਿੱਤਰ ਰੱਖਿਆ ਜਾ ਸਕਦਾ ਹੈ। ਸੋ ਤਾਂ ਨਿਰਮਲ ਜਿਤ ਉਪਜੈ ਨਾ ਪਾਪ, ਉਹ ਹੈ ਸਰੀਰ ਨਿਰਮਲ। ਨਹੀਂ ਤਨ ਧੋਤੇ ਮਨ ਹੱਛਾ ਨਾ ਹੋਏ। ਤੇ ਤਨ ਨੂੰ ਕੱਲਾ ਧੋਣ ਦੇ ਨਾਲ ਨਹੀਂ, ਤੇ ਸਰੀਰ ਦੀ ਮੈਲ ਲਾਹੁਣ ਵਾਸਤੇ ਮੈਲਾ ਕਚੈਲਾ ਨਹੀਂ ਰੱਖਣਾ, ਮੈਲੇ ਵਸਤਰ ਹੀ ਰੱਖਣੇ, ਇਹ ਮਰਜ਼ਾਦਾ ਹੈ। ਪਰ ਤਨ ਸੁੱਚਾ ਉਹ ਹੋਊਗਾ ਜਿਹਦੇ ਚ ਵਾਹਿਗੁਰੂ ਦਾ ਨਾਮ ਹੈ। ਭੈ ਸੱਚ ਰਾਤੀ ਦਿਹੋਰੀ, ਜਿਨ੍ਹਾਂ ਦੀ ਦਿਹੋਰੀ ਦੇਹ, ਦਿਹੋਰੀ ਦਾ ਅਰਥ ਜਿਵੇਂ ਦਿਹੋਰਾ ਹੁੰਦਾ ਹੈ, ਦਿਹੋਰੇ ਦੇ ਵਿੱਚ ਫੇਰ ਦਿਆ ਦਿਹੋਰਾ ਨਾਮੇ ਕੋ, ਉਹ ਜਿਹੜਾ ਦਿਹੋਰਾ ਪੂਜਾ ਦਾ ਸਥਾਨ ਹੁੰਦਾ ਹੈ। ਦਿਹੋਰੀ ਹੋਈ, ਦਿਹੋਰਾ ਹੋਇਆ। ਕਹਿੰਦੇ ਇਹ ਜਿਹੜਾ ਸਰੀਰ ਹੈ ਨਾ, ਇਹ ਦਿਹੋਰੀ ਦੀ ਨਿਆਈ, ਦਿਹੋਰੇ ਦੀ ਨਿਆਈ ਭਾਵ ਪਰਮਾਤਮਾ ਦੀ ਪੂਜਾ ਵਾਸਤੇ ਇੱਕ 84 ਲੱਖ ਜੋਨ ਦੇ ਵਿੱਚ, ਜਿਵੇਂ ਧਰਤੀ ਭਾਵੇਂ ਸਾਰਾ ਸ਼ਹਿਰ ਵਸਦਾ ਹੈ, ਮਹੱਲਾ ਵਸਦਾ ਹੁੰਦਾ ਹੈ, ਉਹਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ ਰੱਬ ਦੀ ਪੂਜਾ ਵਾਲੀ, ਪਵਿੱਤਰ ਸਥਾਨ, ਚਾਹੇ ਗੁਰਦੁਆਰਾ ਹੋਵੇ, ਮੰਦਿਰ ਹੋਵੇ, ਮਸਜਿਦ ਹੋਵੇ। ਉਹ ਕਾਹਦੇ ਲਈ ਹੁੰਦੀ ਹੈ? ਰੱਬ ਦੀ ਪੂਜਾ ਕਰਨ ਵਾਸਤੇ ਹੈ। 84 ਲੱਖ ਜੋਨਾਂ ਦੇ ਵਿੱਚ ਇੱਕ ਮਨੁੱਖਾ ਸਰੀਰ ਇਹ ਰੱਬ ਦੀ ਪੂਜਾ ਵਾਸਤੇ ਮਿਲਿਆ। ਰੱਜ ਰੱਜ ਕੇ ਰੱਬ ਦੀ ਪੂਜਾ ਕਰਨੀ ਚਾਹੀਦੀ ਹੈ। ਕਹਿੰਦੇ ਦਿਹੋਰੀ ਦੇਹ ਭਾਵ ਬੁੱਧੀ ਤੋਂ ਵੀ ਹੈ। ਵਾਹਿਗੁਰੂ ਦੇ ਭੈ ਵਿੱਚ ਰਾਤੀ ਰੰਗੀ ਹੋਈ ਹੈ ਜਿਹੜੀ, ਤੇ ਜਿਨ੍ਹਾਂ ਦੀ ਭੈ ਦੇ ਚ ਰਤੀ ਗਈ, ਤਰਨ ਦੇ ਉਪਾਅ ਦੱਸਦੇ ਹਨ। ਜੇਵਾ ਸੱਚ ਸੁਆਉ, ਜੇਵਾ ਸੱਚੇ ਨਾਮ ਦੇ ਵਿੱਚ ਸੁਆਉ, ਸਵਾਦ ਵਿੱਚ, ਰਸ ਵਿੱਚ ਲੱਗ ਗਈ। ਸੱਚੇ ਨਾਮ ਦਾ ਸੁਆਉ ਲਾਭ 100 ਨਾਮ ਲਾਭ ਦਾ ਵੀ ਹੁੰਦਾ ਹੈ, ਲਾਭ ਪ੍ਰਾਪਤ ਕਰ ਰਹੀ ਹੈ। ਸੱਚੀ ਨਦਰ ਨਿਹਾਲੀ ਹੈ। ਸੱਚੇ ਜਦੋਂ ਸੱਚੇ ਪਰਮੇਸ਼ਰ ਦੀ ਉਹਨਾਂ ਉੱਤੇ ਨਜ਼ਰ ਕਿਰਪਾ ਦ੍ਰਿਸ਼ਟੀ ਹੋਈ ਤਾਂ ਨਿਹਾਲੀ ਹੈ, ਨਿਹਾਲ ਹੋ ਜਾਂਦੇ ਨੇ। ਵਾਹਿਗੁਰੂ ਦੇ ਸਰੂਪ ਨੂੰ ਰਾਰਾ ਤੇ ਲੱਲਾ ਸਵਰਨੀ ਅੱਖਰ ਨੇ, ਉਹ ਨਿਹਾਰ ਲੈਂਦੇ ਨੇ, ਦੇਖ ਲੈਂਦੇ। ਨਿਹਾਰੀ ਨਾਮ ਦੇਖਣ ਦਾ ਹੁੰਦਾ ਹੈ, ਅੱਖਰ ਉਹੀ ਬੋਲਣ ਨਿਹਾਲੀ ਹੈ। ਤੇ ਅਰਥ ਲੈਣ ਵਾਸਤੇ ਆਏ, ਰਾਰੇ ਤੇ ਲੱਲੇ ਚੋਂ ਇੱਕ ਦੂਜੇ ਦਾ ਸਾਹ ਲੈ ਕੇ ਅਰਥ ਲਏ ਜਾਂਦੇ ਨੇ। ਉਹ ਪਰਮੇਸ਼ਰ ਨੂੰ ਨਿਹਾਲੀਆ ਦੇਖ ਲੈਂਦੇ ਹਨ। ਬੋੜ ਨ ਪਾਵੇ ਤਾਉ, ਬੋੜ ਦਾ ਅਰਥ ਹੈ ਭੀ ਬੋੜੋ, ਗਈ ਬੋੜ, ਬੋੜ ਮੋੜਨ ਨੂੰ ਕਹਿੰਦੇ, ਭੀ ਬੋੜੋ ਮੁੜ ਕੇ। ਉਹ ਮਾਤਾ ਦੇ ਗਰਭ ਦੇ ਤਾਉ ਵਿੱਚ ਨਹੀਂ ਪਾਏ ਜਾਂਦੇ। ਅੱਗ ਦਾ ਜਿਹੜਾ ਸੇਕ ਉਹਨੂੰ ਤਾਉ ਕਹਿੰਦੇ ਨੇ। ਨਰਕਾਂ ਦੀ ਅੱਗ ਦੇ ਤੌ ਨਾਮ ਤਪਸ਼ ਦਾ ਹੈ, ਉਹਦੇ ਵਿੱਚ ਨਹੀਂ ਪਾਏ ਜਾਂਦੇ। ਕ੍ਰੋਧ ਦੀ ਈਰਖਾ ਦੇ ਅੱਗ ਦੇ ਤੌ ਵਿੱਚ ਨਹੀਂ ਤਪਦੇ। ਭਾਵ ਕੀ ਹੈ ਵੀ ਗੁਰਮੁਖਾਂ ਦੇ ਮਨ ਸਦਾ ਸੁਖੀ ਤੇ ਠੰਡੇ ਸ਼ਾਂਤ ਹੋ ਜਾਂਦੇ ਨੇ। ਕਲ ਤਾਤੀ ਠੰਡਾ ਹਰ ਨਾਮ ਦੇ ਨਾਲ ਸ਼ਾਂਤ ਹੋ ਜਾਂਦੇ ਨੇ। ਇਹ ਸਾਰਾ ਜਗਤ ਕਿਵੇਂ ਪੈਦਾ ਹੋਇਆ ਹੈ? ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਕਿਰਪਾ ਕਰਕੇ ਦੱਸੋ, ਸੰਸਾਰ ਬਾਰੇ ਵੀ ਦੱਸੋ ਕਿਵੇਂ ਪੈਦਾ ਹੋਇਆ ਹੈ। ਇਹਦੇ ਵਿੱਚ ਫਿਰ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ ਕਿ ਸੰਸਾਰ ਪੈਦਾ ਕਿਵੇਂ ਹੋਇਆ ਹੈ। ਇਹਦਾ ਜੀਵਾਂ ਦੀ ਅਵਸਥਾ, ਕਾਇਆਂ ਦੀ ਹਾਲਤ ਦੱਸੀ ਹੈ। ਤੇ ਹੁਣ ਦੱਸਦੇ ਨੇ ਸੰਸਾਰ ਪੈਦਾ ਕਿਵੇਂ, ਸੰਖੇਪ ਨਾਲ। ਸਾਚੇ ਤੇ ਪਵਨਾ ਭਇਆ। ਤੇ ਮਹਾਰਾਜ ਸਾਹਿਬ ਨੇ ਇਹਦੇ 'ਚ ਇੱਕ ਜੁਗਤੀ ਰੱਖੀ ਹੈ। ਵੇਦਾਂ ਸ਼ਾਸਤਰਾਂ ਦੇ ਅੰਦਰ ਇੱਕ ਸਿਧਾਂਤ ਚੱਲਿਆ ਆ ਰਿਹਾ ਹੈ, ਖਾਸ ਕਰਕੇ ਵਿਦਾਂਤ ਦਰਸ਼ਨ ਦੇ ਵਿੱਚ ਪ੍ਰਮਾਣ ਦਿੱਤਾ ਹੈ ਵੀ ਵੇਦ ਦੇ ਵਿੱਚ ਜਿੱਥੇ 3 ਤੱਤ ਕਹੇ ਹੋਣ, ਸਾਰਿਆਂ ਦੇ ਨਾਂ ਨਾ ਲਏ ਹੋਣ, 3 ਦਾ ਨਾਂ ਲਿਆ ਹੋਵੇ, 2 ਦੇ ਨਾਂ ਨਾ ਲਿਆ ਹੋਵੇ, ਉਦੋਂ 2 ਜਿਹੜੇ ਤੱਤ ਨੇ ਤੇ ਉਹਨਾਂ ਦਾ ਵਿੱਚ ਜੋੜਨਾ, ਇਹਨੂੰ ਸੰਸਕ੍ਰਿਤ ਦੇ ਵਿੱਚ ਅਧਿਹਾਰ ਕਹਿੰਦੇ ਹੈ। ਵੀ ਸ਼ਬਦ ਦਾ ਅਰਥ ਕਰੋ ਅਧਿਹਾਰ ਕਰਕੇ। ਹੁਣ ਇੱਥੇ ਅਧਿਹਾਰ ਲੱਗਦਾ ਹੈ। ਅਧਿਹਾਰ ਉਹ ਹੁੰਦਾ ਹੈ ਵੀ ਵਿਆਖਿਆ ਦੇ ਵਿੱਚ ਆਪਣੇ ਕੋਲੋਂ ਉਹ ਸ਼ਬਦ ਮਿਲਾਉਣੇ ਜਿਹਦੇ ਨਾਲ ਉਹ ਪਦ ਪੂਰਾ ਹੋ ਜਾਵੇ। ਹੁਣ ਜਿਵੇਂ ਕਾਮ ਕ੍ਰੋਧ ਕਹਿ ਕੇ 2 ਹੀ ਕਹਿ ਦਿੱਤੇ, ਕਾਮ ਕ੍ਰੋਧ, ਲੋਭ ਮੋਹ ਹੰਕਾਰ 3 ਨਹੀਂ ਕਹੇ, ਸ਼ਬਦ ਦੇ ਵਿੱਚ ਆ ਗਏ।
ਤਿੰਨ ਫਿਰ ਕੋਲੋਂ ਕਹਿ ਲੈਣੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤਿੰਨ, ਇਹਨੂੰ ਅਧਿਹਾਰ ਕਹਿੰਦੇ ਨੇ। ਸ਼ਬਦ ਦਾ ਅਧਿਹਾਰ ਕਰਕੇ ਅਰਥ ਕਰਨਾ, ਇੱਥੇ ਅਧਿਹਾਰ ਹੋ ਰਿਹਾ ਹੈ। ਸਾਚੇ ਸੱਚੇ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਤੋਂ ਕੀ ਹੋਇਆ, ਇੱਥੇ ਪਵਨਾ ਲਿਖਿਆ। ਅਧਿਹਾਰ ਦੇ ਵਿੱਚ ਕਿਹਾ ਜਾਏਗਾ ਵੀ ਪਹਿਲਾਂ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਆਪ ਤੋਂ ਉਹਨੇ ਮਾਇਆ ਪੈਦਾ ਕੀਤੀ, ਏਕਾ ਮਾਈ ਜੋਤ ਵੀ ਆਈ, ਤੇ ਮਾਇਆ ਤੋਂ ਅੱਗੇ ਫਿਰ ਮੈਂ ਤੱਤਵ ਪੈਦਾ ਹੋਏ, ਮੈਂ ਤੱਤਵ ਪੇ ਤੇ ਆਕਾਸ਼ ਪੈਦਾ ਹੋਇਆ, ਤੇ ਇਹ ਜਿਹੜਾ ਆਕਾਸ਼ ਪਿਆ, ਆਕਾਸ਼ ਦੇ ਵਿੱਚੋਂ ਇਹ ਪਵਨਾ ਭਇਆ, ਇਹ ਹਵਾ ਤਤ ਪੈਦਾ ਭਇਆ। ਕੀ ਹੋ ਗਿਆ ਹੈ, ਪਵਨ ਤੇ ਜਲ ਹੋਏ। ਤੇ ਪਾਉਣ ਤੋਂ ਬਾਅਦ ਫਿਰ ਜਲ, ਆਕਾਸ਼ ਤੋਂ ਹਵਾ ਪੈਦਾ ਹੋ ਗਈ, ਹਵਾ ਤੋਂ ਪਾਣੀ ਪੈਦਾ ਹੋ ਗਿਆ। ਹੁਣ ਇਹਨੂੰ ਅਧਿਹਾਰ ਕਰਕੇ ਫਿਰ ਆਪਾਂ ਕਹਾਂਗੇ ਪਾਣੀ ਤੋਂ ਅੱਗੇ ਕੀ ਪੈਦਾ ਹੋ ਗਈ, ਅੱਗ ਪੈਦਾ ਹੋ ਗਈ, ਤੇ ਅੱਗ ਤੋਂ ਅੱਗੇ ਕੀ ਪੈਦਾ ਹੋ ਗਿਆ, ਇਹ ਸੱਚ ਦੇ ਪਵਨਾ, ਪਵਨ ਤੋਂ ਅੱਗ ਪੈਦਾ ਹੋ ਗਈ, ਅੱਗ ਤੋਂ ਪਾਣੀ ਪੈਦਾ ਹੋ ਗਿਆ, ਪਾਣੀ ਤੋਂ ਅੱਗੇ ਧਰਤੀ ਪੈਦਾ ਹੋ ਗਈ। ਇਹ ਅਧਿਹਾਰ ਕਹਾਉਂਦਾ ਹੈ, ਇਹਦੀ ਤਰਤੀਬ ਹੈ। ਇੱਥੇ ਤਿੰਨੇ ਤੱਤ ਕਹੇ ਹੈ, ਤੇ ਅਗਨੀ ਪ੍ਰਿਥਵੀ ਤੱਤ ਆਦਿ ਸਾਰੇ ਪੈਦਾ ਹੋ ਗਏ ਸੱਚੇ ਪਰਮੇਸ਼ਰ ਤੋਂ। ਹੁਣ ਅੱਗੇ ਦੂਸਰਾ ਅਰਥ ਹੋ ਗਿਆ ਪਵਨਾ। ਪਵਨਾ ਕੀ ਹੈ, ਸ਼ਬਦ ਪੈਦਾ ਹੋਇਆ, ਫਿਰ ਸ਼ਬਦ ਤੋਂ ਜਲ ਪਾਣੀ ਪੈਦਾ ਹੋ ਗਿਆ, ਪਾਣੀ ਤੋਂ ਅੱਗੇ ਅਗਨੀ ਪੈਦਾ ਹੋ ਗਈ, ਤਤ ਪੈਦਾ ਹੋ ਗਏ। ਇੱਕ ਅਦਵੈਤ ਸਰੂਪ ਦੀ ਇੱਛਾ ਹੋਈ ਕਿ ਮੈਂ ਇੱਕ ਤੋਂ ਅਨੇਕਾਂ ਹੋ ਜਾਵਾਂ, ਏਕ ਹੂੰ ਬਹੁ ਸਿਆਮ ਪ੍ਰਜਾ ਜਾਇਤ, ਏਕੈ ਰੂਪ ਅਨੂਸਰੂਪਾ ਰੰਕ ਪਿਓ ਰਾਵ ਕਹੀ ਪੂਪਾ। ਉਹਨੇ ਮਾਇਆ ਰਚੀ, ਏਕ ਬ੍ਰਹਮ ਚੇਤਨ ਅਖੰਡ ਤਾਂ ਤੇ ਉਪਜੀ ਇੱਛਾ, ਤਾਹੀ ਕੋ ਮਾਇਆ ਕਹੀਤ ਹੈ, ਨੀਕੇ ਸੁਣੀਏ ਸਿੱਛਾ। ਇਹ ਚੰਗੀ ਸਿੱਖਿਆ ਦਿੱਤੀ ਹੈ। ਜਲ ਤੇ ਤ੍ਰਿਪਵਨ ਸਾਜਿਆ। ਤੇ ਜਾਂ ਫਿਰ ਇਹਦੇ ਚ ਪਿਛਲੀ ਥੋੜੀ ਕੁਝ ਵਿਚਾਰ ਸਮਝ ਲਈਏ, ਫਿਰ ਜਲ ਤੇ ਤ੍ਰਿਪਵਨ ਸਾਜਿਆ ਦੇ ਅਰਥ ਬਾਅਦ ਵਿੱਚ ਹੋ ਜਾਣਗੇ। ਮਾਇਆ ਵਿੱਚ ਉਸ ਚੇਤਨ ਦਾ ਬ੍ਰਹਮ ਦਾ ਆਭਾਸ ਪਿਆ, ਜਿਹੜੀ ਸਤੋ ਅੰਸ਼ ਮਾਇਆ ਦੀ ਸੀ, ਉਹਦੇ ਚ ਪ੍ਰਤੀਬਿੰਬ ਬ੍ਰਹਮ ਦਾ ਪਿਆ, ਉਹਨੂੰ ਈਸ਼ਵਰ ਕਿਹਾ ਜਾਂਦਾ ਹੈ। ਐਵੇਂ ਤ੍ਰਿਗੁਣੀ ਮਾਇਆ ਜਿਹੜੀ ਹੈ, ਜਿਹੜੀ ਸਤੋ ਅੰਸ਼ ਵਿੱਚ ਚੇਤਨ ਦਾ ਆਭਾਸ ਪਿਆ, ਉਹ ਮਾਇਆ ਸਬਰ ਈਸ਼ਵਰ ਕਹਾਇਆ ਉਸਨੇ। ਜਿਹੜੀ ਰਜੋ ਤੇ ਤਮੋ ਗੁਣ, ਉਹਦੇ 'ਚ ਆਭਾਸ ਬ੍ਰਹਮ ਦਾ ਪਿਆ, ਤੇ ਅਵਿਦਿਆ ਕਰਕੇ ਜੀਵ ਕਲਾਉਣ ਲੱਗ ਪਿਆ। ਇਸ ਤਰ੍ਹਾਂ ਜੀਵ ਤੇ ਈਸ਼ ਦਾ ਭੇਦ ਹੋ ਗਿਆ। ਜੋ ਅੰਤःਕਰਨ ਵਿਸ਼ਿਸ਼ਟ ਚੇਤਨ ਹੈ, ਇਹ ਜੀਵ ਕਹਾਉਂਦਾ ਹੈ, ਤੇ ਮਾਇਆ ਦੀ ਉਪਾਦ ਜਿਹੜੀ ਚੇਤਨ ਨੂੰ ਲੱਗੀ ਆ, ਉਹ ਈਸ਼ਵਰ ਕਹਿਲਾਉਂਦੀ ਹੈ। ਇਸ ਢੰਗ ਦੇ ਨਾਲ ਨਾ ਸਾਰੀ ਪ੍ਰਕਿਰਤੀ ਪੈਦਾ ਹੋਈ। ਪ੍ਰਕਿਰਤੀ ਵਿੱਚ ਜਿਹੜਾ ਭਾਗ ਤਮੋ ਗੁਣ ਸੀ, ਉਹ ਤੋਂ ਆਕਾਸ਼ ਪੈਦਾ ਹੋਇਆ ਸੀ। ਆਕਾਸ਼ ਦੇ ਵਿੱਚ ਪੌਣ ਹਵਾ ਪੈਦਾ ਹੋ ਗਈ, ਫਿਰ ਪਵਨ ਦੇ ਵਿੱਚ ਅਗਨੀ ਪੈਦਾ ਹੋਈ, ਅਗਨੀ ਦੇ ਵਿੱਚ ਪਾਣੀ ਪੈਦਾ ਹੋਇਆ, ਪਾਣੀ ਦੇ ਵਿੱਚ ਧਰਤੀ ਪੈਦਾ ਹੋਈ। ਇਹ ਹੁਣ ਸਹੀ ਤਰਤੀਬ ਇਸ ਤਰ੍ਹਾਂ ਸਮਝਣੀ। ਅੱਗੇ ਦੱਸਦੇ ਹਨ ਜਲ ਤੇ ਤ੍ਰਿਪਵਨ ਸਾਜਿਆ। ਪਾਣੀ ਪਿਤਾ ਜਗਤ ਦਾ, ਪਾਣੀ ਤੋਂ ਵੀ ਤ੍ਰਿਪਵਨ ਤਿੰਨੇ ਭਵਨਾਂ ਨੂੰ ਸਾਜਿਆ, ਰਚਿਆ, ਭਾਵ ਕੀ ਬਣਾਇਆ ਹੈ। ਇਉਂ ਫਿਰ ਪਰਮੇਸ਼ਰ ਨੇ ਘਟ ਘਟ ਜੋਤ ਸਮੋਏ। ਪਰਮੇਸ਼ਰ ਦੀ ਜੋਤ ਘਟਾਂ ਘਟਾਂ ਵਿੱਚ ਸਮੋਏ ਸਮਾਈ ਹੋਈ ਹੈ। ਭਾਵ ਕੀ ਹੈ, ਉਸ ਦੀ ਜੋਤ ਨਾਲ ਹੀ ਸਾਰੇ ਜੀਵ ਜਿਉਂਦੇ ਨੇ। ਤੇ ਦਰਖਤ, ਜੜ ਵਸਤੂਆਂ, ਇਹਨਾਂ ਦੇ ਹਰਿਆਵਲ ਹੈ, ਫਲ ਫੁੱਲ ਲੱਗਦੇ ਨੇ, ਪੱਤੇ ਲੱਗਦੇ ਨੇ, ਟਹਿਣੀਆਂ ਲੱਗਦੀਆਂ ਨੇ, ਉਸ ਪ੍ਰਭੂ ਦੀ ਜੋਤ ਤੋਂ ਬਿਨਾਂ ਨਹੀਂ। ਉਹਦੀ ਸੱਤਾ ਹੈ ਇਹਨਾਂ ਵਿੱਚ ਵੀ। ਤੇ ਇਸ ਕਰਕੇ ਜੜ ਜਾਂ ਚੇਤਨ ਵਿੱਚ ਸਭ ਤੋਂ ਪ੍ਰਭੂ ਦੀ ਜੋਤ ਹੀ ਹੈ। ਚਾਹੇ ਜੜ ਹੈ ਚਾਹੇ ਸਾਰੀ ਜਗ੍ਹਾ ਸਮਾਇਆ ਹੋਇਆ ਹੈ। ਸਭ में ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ में ਚਾਨਣ ਹੋਏ। ਸਾਚੇ ਤੇ ਪਵਨਾ, ਫਿਰ ਬੋਲੋ ਜੀ। ਸਾਚੇ ਤੇ ਪਵਨਾ ਭਇਆ। ਜਿਸ ਪ੍ਰਭੂ ਦਾ ਨਾਮ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਦਾ ਮਨ ਸਾਚੇ ਸੱਚੇ ਨਾਮ ਨੂੰ ਜਪਣ ਕਰਕੇ, ਪਵਨ ਦਾ ਅਰਥ ਇੱਥੇ ਪਵਿੱਤਰ ਭਇਆ ਕੀ ਹੋ ਗਿਆ ਹੈ। ਪਵਨ ਤੇ ਜਲ ਹੋਏ। ਪਵਿੱਤਰ ਹੋਣ ਕਰਕੇ ਜਲ ਪਾਣੀ ਦੀ ਨਹੀਂ ਸ਼ਾਂਤ ਹੋ ਗਿਆ। ਪਾਣੀ ਸ਼ਾਂਤ ਹੈ। ਉਹਨਾਂ ਦਾ ਹਿਰਦਾ ਬਾਸ਼ਨਾਵਾਂ ਵੱਲੋਂ ਸ਼ਾਂਤ ਹੋ ਗਿਆ ਹੈ। ਜਲ ਤੇ ਤ੍ਰਿਪਵਨ ਸਾਜਿਆ। ਸ਼ਾਂਤ ਚਿਤ ਹੋਣ ਕਰਕੇ ਤ੍ਰਿਪਵਨ, ਤਿੰਨਾਂ ਭਵਨਾਂ ਦੇ ਪ੍ਰਕਾਸ਼ ਰੂਪ ਪ੍ਰਭੂ ਜਿਹੜਾ ਵਾਹਿਗੁਰੂ ਹੈ, ਉਹਦਾ ਗਿਆਨ ਸਾਜਿਆ ਕਿ ਇਹ ਸਜਾਉਣਾ ਕੀਤਾ। ਭਾਵ ਕੀ ਹੈ ਵੀ ਗਿਆਨ ਪ੍ਰਗਟ ਹੋ ਗਿਆ ਹਿਰਦੇ ਦੇ ਅੰਦਰ। ਘਟ ਘਟ ਜੋਤ ਸਮੋਏ। ਉਹ ਗਿਆਨ ਪ੍ਰਗਟ ਹੋਣ ਦੇ ਨਾਲ ਹੀ ਪ੍ਰਭੂ ਦਾ ਸਜਾਉਣਾ, ਉਸ ਗਿਆਨ ਦੀ ਜੋਤ ਫਿਰ ਘਟ ਘਟ ਘਟਾਂ ਘਟਾਂ 'ਚ ਸਾਰਿਆਂ ਦੇ ਅੰਦਰ ਸਮਾਈ ਹੋਈ ਕਿ ਉਹ ਪ੍ਰਤੱਖ ਜੋਤ ਹੋ ਕਰਕੇ ਜੀਵਾਂ ਦੇ ਅੰਦਰ
ਤੇ ਆਪ ਉਹ ਸਾਰੇ ਪਰਮੇਸ਼ਰ ਵਾਹਿਗੁਰੂ ਜੋਤੀ ਸਰੂਪ ਹੈ। ਵੱਖਰੀ ਵੱਖਰੀ ਜੋਤ ਜਿਹੜੀ ਹੈ ਆਤਮਾ ਪ੍ਰਾਤਮਾ, ਜਦੋਂ ਉਹਦੀ ਅੰਸ਼ ਸਰੀਰ ਦੇ ਵਿੱਚ ਅੰਤਸਕਰਨ ਵਿੱਚ ਉਹਨੂੰ ਆਤਮਾ ਕਹਿ ਦਿੱਤਾ, ਉਹ ਪਰਮ ਆਤਮਾ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੈ। ਫਿਰ ਬੋਲੋ ਜੀ ਸਾਚੇ ਤੇ ਪਵਨਾ ਭਇਆ। ਜਿਨ੍ਹਾਂ ਨੂੰ ਸੱਚੇ ਦਾ ਕੀ ਹੈ? ਸਰਵਣ ਹੋ ਗਿਆ, ਸਰਵਣਾ ਆਨੰਦ ਪ੍ਰਾਪਤ ਹੋ ਗਿਆ, ਸਰਵਣ ਗਿਆਨ ਹੋ ਗਿਆ, ਉਹਨਾਂ ਦਾ ਮਨ ਸਾਚੇ ਤੇ ਪਵਨਾ ਪਿਆ, ਸੁਣਨ ਕਰਕੇ ਪਵਿੱਤਰ ਹੋ ਜਾਂਦਾ ਹੈ। ਪਵਨਾ ਤੇ ਜਲ ਹੋਏ। ਮਨ ਪਵਿੱਤਰ ਹੋਣ ਦੇ ਨਾਲ ਜਲਦੀ ਨਾਲ ਚਿੱਤ ਸ਼ਾਂਤ ਹੋ ਗਿਆ, ਜਿਸ ਕਰਕੇ ਪਰਮੇਸ਼ਰ ਵਾਹਿਗੁਰੂ ਦਾ ਮੰਨਣ ਹੋ ਗਿਆ, ਫਿਰ ਮੰਨਣ ਗਿਆਨ ਪ੍ਰਾਪਤ ਹੋ ਗਿਆ। ਜਲ ਤੇ ਤਿਰਪਵਨ ਸਾਜਿਆ। ਤੇ ਮੰਨਣ ਤੇ ਨਿਧਿਆਸਨ ਕਰਕੇ ਉਹਨਾਂ ਨੂੰ ਤਿਰਪਵਨ ਸਾਜਿਆ, ਤਿੰਨਾਂ ਭਵਨਾਂ ਦਾ ਸਾਜਿਆ। ਇਹ ਸਾਜਿਆ ਕੀ? ਗਿਆਨ ਹੋ ਗਿਆ ਹੈ, ਭਾਵ ਸੱਚ ਸਰੂਪ ਸਿਖਿਆਤਾਕਾਰ ਹੋ ਗਿਆ ਹੈ। ਘਟ ਘਟ ਜੋਤ ਸਮੋਏ। ਉਹਨੂੰ ਘਟਾਂ ਘਟਾਂ ਦੇ ਵਿੱਚ ਜੋਤੀ ਸਰੂਪ ਸਮੋਏ ਮਿਲਿਆ ਹੋਇਆ ਪ੍ਰਤੀਤ ਹੋਣ ਲੱਗ ਜਾਂਦਾ ਕਿ ਵਾਹਿਗੁਰੂ ਹੀ ਹੈ ਸਾਰੀ ਜਗ੍ਹਾ। ਨਿਰਮਲ ਮੈਲਾ ਨਾ ਥੀਏ। ਹੇ ਭਾਈ, ਉਹ ਪਰਮੇਸ਼ਰ ਦਾ ਨਾਮ ਜਪਣ ਵਾਲੇ ਉਹ ਫਿਰ ਹਮੇਸ਼ਾ ਨਿਰਮਲ ਮੈਲ ਤੋਂ ਰਹਿਤ। ਪਰਮਾਤਮਾ ਜੀ ਦਾ ਉਹਦੇ ਚ ਮੈਲ ਨਹੀਂ, ਮਾਇਆ ਦੀ ਕਾਲਖ ਨਹੀਂ ਹੈ, ਨਿਰੰਜਨ ਤਾਂ ਹੀ ਕਹਿੰਦੇ ਨੇ। ਉਹ ਹਮੇਸ਼ਾ ਨਿਰਮਲ ਮੈਲ ਰਹਿਤ ਸਰੂਪ ਹੈ, ਜੋ ਕਦੇ ਮੈਲਾ ਨਹੀਂ ਹੁੰਦਾ, ਇੱਕ ਰਸ ਰਹਿਣ ਵਾਲਾ ਹੈ। ਤੇ ਪ੍ਰਾਪਤ ਕਿਵੇਂ ਹੁੰਦਾ ਹੈ? ਜਿਸ ਤਰ੍ਹਾਂ ਗਿਆਨ ਕਿਵੇਂ ਹੁੰਦਾ ਉਸ ਦਾ? ਸ਼ਬਦ ਰਤੇ ਪਤ ਹੋਏ। ਜਿਹੜੇ ਸਤਿਗੁਰਾਂ ਦੇ ਸ਼ਬਦ ਵਿੱਚ ਰਤੇ ਨਾਮ ਰੰਗੇ ਹੋਏ ਦਾ ਹੈ, ਸ਼ਬਦ ਵਿੱਚ ਰੰਗੇ ਗਏ। ਹੁਣ ਸਾਡੇ ਮਨ ਵਿਕਾਰਾਂ 'ਚ ਰੰਗੇ ਹੋਏ ਨੇ, ਮਾਇਆ 'ਚ ਰੰਗੇ ਹੋਏ ਨੇ, ਵਡਿਆਈ 'ਚ ਰੰਗੇ ਹੋਏ ਨੇ, ਲੋਭ ਲਾਲਚ ਦੇ ਵਿੱਚ ਰੰਗੇ ਹੋਏ ਨੇ। ਫਿਰ ਨਾਮ ਦਾ ਰੰਗ ਚੜ੍ਹਦਾ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ। ਮਹਿਲਾ ਕਦੇ ਨਾ ਹੋਵੇ, ਨਾ ਲਾਗੇ ਦਾਗਾ, ਨਾ ਵਿਸ਼ੇ ਵਿਕਾਰਾਂ ਦੇ ਦੋਗ ਲੱਗਦੇ ਨੇ। ਇਸ ਵਰਗ ਉਹ ਰਤੇ, ਉਹ ਜਿਹੜੇ ਸ਼ਬਦ ਵਿੱਚ ਰੰਗੇ ਗਏ ਨੇ, ਜੀਵ ਈਸ਼ ਦੀ ਏਕਾ ਵਾਲੀ, ਇੱਕ ਹੋਣ ਵਾਲੀ ਪਤ ਇੱਜ਼ਤ ਹੁੰਦੀ ਆ ਉਹਨਾਂ ਨੂੰ, ਇਹ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਇਹ ਮਨ ਸਾਚ ਸੰਤੋਖਿਆ। ਤੇ ਜਿਨ੍ਹਾਂ ਦਾ ਇਹ ਮਨ ਸੱਚੇ ਨਾਮ ਦੇ ਵਿੱਚ ਸੰਤੋਖਿਆ, ਸੰਤੁਸ਼ਟ ਕਰ ਲਿਆ, ਜਿਨ੍ਹਾਂ ਨੇ ਨਾਮ ਜਪ ਕੇ ਤ੍ਰਿਸ਼ਨਾ ਮੇਟ ਲਈ ਹੈ, ਸੰਤੋਖੀ ਬਣ ਗਏ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਐਸਾ ਹੈ। ਨਦਰ ਕਰੇ ਤਿਸ ਮਾਹੇ। ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਜੀ ਨਦਰ ਕਰਦੇ ਵੀ ਹੁਣ ਇਹ ਦ੍ਰਿਸ਼ਟੀ ਦੇ ਲਾਇਕ ਹੋ ਗਏ, ਗਿਆਨ ਦ੍ਰਿਸ਼ਟੀ ਖੋਲ ਦਿੰਦੇ ਨੇ। ਫਿਰ ਨਦਰ ਕਰੇ, ਉਹਨਾਂ ਦੀਆਂ ਅੱਖਾਂ ਸੇ ਅਖੜੀਆਂ ਬਿਆਨ, ਉਹ ਜਿਹੜੀਆਂ ਬਿਆਨ ਅੱਖਾਂ ਨੇ ਬੈਰਾਗ ਵਿਵੇਕ ਦੇ ਨੇਤਰ ਖੋਲ ਦਿੰਦੇ ਨੇ। ਆਪਣੇ ਸਰੂਪ ਦੇ ਨਜ਼ਰ ਪਾਉਂਦੇ, ਸਰੂਪ ਸਾਰਿਆਂ 'ਚ ਪ੍ਰਕਾਸ਼ਮਾਨ ਹੈ, ਉਹ ਦਿਸਣ ਲੱਗ ਜਾਂਦਾ ਹੈ। ਜਿਨੀ ਦਸੰਦੋ ਮਾਤਰੀ, ਉਹ ਅੱਖਾਂ ਦੇ ਦਿੰਦੇ ਨੇ। ਗਿਆਨ ਅੰਜਨ ਗੁਰਦੀਆ ਗੁਰੂ ਸਾਹਿਬ ਜੀ ਇਹ ਦੇ ਦਿੰਦੇ ਹਨ। ਪੰਜ ਭੂਤ ਸੱਚ ਭੈ ਰਤੇ। ਤੇ ਜਿਸ ਦੇ ਭੈ ਵਿੱਚ ਪੰਜੇ ਤੱਤ ਨੇ, ਤੇ ਜਿਹਦੇ ਭੈ ਦੇ ਪੰਜੇ ਤੱਤ ਵੀ ਰੰਗੇ ਗਏ। ਉਹ ਕਿਵੇਂ ਰੰਗੇ? ਭਾਵ ਸਾਰੇ ਤੱਤਾਂ ਨੂੰ, ਸਾਰੇ ਤੱਤ ਉਸ ਦੇ ਹੁਕਮ ਵਿੱਚ ਚੱਲਦੇ ਨੇ। ਪੰਜ ਭੂਤ ਸੱਚ ਭੈ ਰਤੇ। ਪੌਣ ਸਾਰੂਪ ਹੋ ਕੇ ਮਰਿਆਦਾ ਦੇ ਵਿੱਚ ਚੱਲਦੀ ਹੈ, ਤੇ ਅਗਨੀ ਜਿਹੜੀ ਜਠਰਾ ਅਗਨੀ ਹੋ ਕੇ ਖਾਧੇ ਪੀਤੇ ਨੂੰ ਹਜਮ ਕਰਦੀ ਹੈ, ਅੰਨ ਆਦਿ ਨੂੰ ਪਹੁੰਚਾਉਂਦੀ ਹੈ, ਭੈ ਦੇ ਵਿੱਚ ਹੈ ਵਾਹਿਗੁਰੂ ਦੇ। ਆਕਾਸ਼ ਸਾਰਿਆਂ ਨੂੰ ਵੇਲ ਦਿੰਦਾ ਹੈ, ਪਾਣੀ ਸਾਰਿਆਂ ਨੂੰ ਜੀਵਨ ਦਿੰਦਾ ਹੈ, ਪਿਆਸ ਬੁਝਾਉਂਦਾ ਹੈ, ਧਰਤੀ ਸਭ ਨੂੰ ਆਰਾਮ ਕਰਨ ਦਿੰਦੀ ਹੈ। ਇਹ ਪੰਜੇ ਤੱਤ ਜਿਹੜੇ ਨੇ ਉਹਦੇ ਭੈ ਵਿੱਚ ਨੇ, ਭੈ ਤੋਂ ਰਹਿਤ ਨਹੀਂ ਹੈ। ਪੰਜੇ ਭੂਤ ਭਾਵ ਕਿ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਭੂਤ ਸਮਝਣੇ। ਸੱਚੇ ਨਾਮ ਜਪਣ ਕਰਕੇ ਸੱਚੇ ਪ੍ਰਭੂ ਦੇ ਭੈ ਵਿੱਚ ਜਿਹੜੇ ਗੁਰਮੁਖ ਚੱਲਦੇ ਨੇ, ਰਤੇ ਰੰਗੇ ਗਏ ਨੇ। ਭਾਵ ਉਹਨੂੰ ਫਿਰ ਪੰਜੇ ਸਤਾਉਂਦੇ ਨਹੀਂ ਹੈ, ਕਿਉਂਕਿ ਨਾਮ ਦੇ ਵਿੱਚ ਰੰਗਿਆ ਗਿਆ। ਇਹਨਾਂ ਨੂੰ ਵੀ ਨਾਲੇ ਰੰਗ ਦਿੰਦਾ, ਇਹਨਾਂ ਦੇ ਸੁਭਾਅ ਬਦਲ ਦਿੰਦਾ ਹੈ। ਉਹ ਐਸੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਰੰਗੇ ਹੋਏ। ਜੋਤ ਸੱਚੀ ਮਨ ਮਾਹੇ। ਕਿਉਂਕਿ ਉਹਨਾਂ ਦੇ ਮਨ ਦੇ ਮਾਹੇ ਕੀ ਵਿੱਚ ਜੋਤ ਪਰਮੇਸ਼ਰ ਦੀ ਪ੍ਰਗਟ ਹੋ ਆਈ ਹੈ। ਉਹਨਾਂ ਦੇ ਸੋਹੰ ਮੈਂ ਹੀ ਹਾਂ, ਮਨ ਤੋਂ ਜੋਤ ਸਰੂਪ ਦਾ ਭਾਵ ਪ੍ਰਗਟ ਹੋ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ। ਤੇ ਰਿਤੇ ਗਿਆਨਾਤਨਾ ਮੁਕਤੀ ਨਾਨਿਆ ਪੰਥਾ ਵਿਦਿਆ ਤੇ ਅਨਿਆ। ਪਿੰਗਲ ਉਪਨਿਸ਼ਦ ਦੇ ਵਿੱਚ ਸੁਰਤੀ ਹੈ। ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਨੀ ਦੇਰ ਤੱਕ ਮੁਕਤ ਨਹੀਂ ਹੁੰਦਾ। ਮੁਕਤੀ ਗਿਆਨ ਤੋਂ ਪ੍ਰਾਪਤ ਹੁੰਦੀ ਹੈ। ਇੱਥੇ ਲਸੋਈ ਪਿੰਡ ਹੈ ਮਲੇਰਕੋਟਲੇ ਦੇ ਕੋਲ, ਇੱਥੇ ਇੱਕ ਸੰਤ ਰਹਿੰਦੇ ਹੁੰਦੇ ਸੀ, ਮਾੜੂ ਦਾਸ, ਬ੍ਰਹਮ ਗਿਆਨੀ ਮਹਾਂਪੁਰਸ਼ ਸੀ। ਜਿਵੇਂ ਬਾਬਾ ਵੀਰਮਦਾਸ ਜੀ ਆਪਣੇ ਇਲਾਕੇ 'ਚ ਹੋਏ ਫਤਿਹਗੜ੍ਹ ਸਾਹਿਬ ਦੇ,
ਉਹ ਵੀ ਮੰਨੇ ਹੋਏ ਸੀ ਉਸ ਇਲਾਕੇ 'ਚ। ਇਹ ਵੱਖਰੇ ਵੱਖਰੇ ਮਹਾਤਮਾ ਪੈਲ ਦੇ ਇਲਾਕੇ 'ਚ ਤੋਤਾਪੁਰੀ ਜੀ ਸੰਤ ਹੋਏ, ਬੜੇ ਬੜੇ ਸਿੱਧ ਪੁਰਸ਼ ਆ ਥੋੜੇ ਸਮੇਂ ਦੇ ਵਿੱਚ ਹੋਇਆ। ਉਹਨਾਂ ਨੂੰ ਇੱਕ ਦਿਨ ਜਗਾਸੂ ਇਕੱਠੇ ਹੋ ਕਹਿੰਦੇ, ਮਹਾਤਮਾ ਜੀ ਐਡੇ ਬੜੇ ਬ੍ਰਹਮ ਗਿਆਨੀ ਹੋ ਤੁਸੀਂ, ਤਤ ਵੇਤੇ ਹੋ, ਸਾਡੇ ਭਲੇ ਵਾਸਤੇ ਕੋਈ ਉਪਦੇਸ਼ ਵੀ ਬਖਸ਼ਿਆ ਕਰੋ। ਉਹਨਾਂ ਨੇ ਫਿਰ ਕਾਵ ਰਚਨਾ ਦੀ ਪ੍ਰਭੂ ਦੀ ਉਸਤਤ ਬੜੀ ਕੀਤੀ ਹੈ। ਉਹਦੇ 'ਚ ਇੱਕ ਦੋਹਰਾ ਹੈ, ਉਹ ਮੇਰੇ ਯਾਦ ਆ ਗਿਆ ਕਿ ਉਹਦਾ ਨਾਂ ਸੀ ਮਾੜੂ ਦਾਸ। ਉਹ ਸੰਤ ਮਾੜੂ ਦਾਸ ਕਹਿੰਦਾ, ਮਾੜੂ ਦਾਸਾ ਜਗਤ ਮੈਂ ਧਾਰਾਂ ਦੇਖੀਆਂ ਦੋਏ। ਕਹਿੰਦਾ ਮੈਨੂੰ ਤਾਂ ਦੋਏ ਰਸਤੇ ਦਿਖਦੇ ਨੇ ਗੁਰਮੁਖੋ। ਕਹਿੰਦੇ ਸੁਖ ਜਾਹੇ ਤਾਂ ਦਾਨ ਕਰ, ਮੁਕਤ ਨਾਮ ਤੇ ਹੋਏ। ਜੇ ਸੁਖ ਚਾਹੁੰਦੇ ਹੋ ਤਾਂ ਦਾਨ ਕਰਿਆ ਕਰੋ, ਜੇ ਮੁਕਤੀ ਚਾਹੁੰਦੇ ਹੋ ਤਾਂ ਨਾਮ ਜਪਿਆ ਕਰੋ। ਕਹਿੰਦੇ ਬਸ ਇਹੀ ਗਿਆਨ ਹੈ ਮੇਰੇ ਕੋਲ, ਇਦੋਂ ਵੱਧ ਹੋਰ ਕੁਝ ਨਹੀਂ ਹੈ। ਸੋ ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਉਹ ਜੋਤ ਸਮਾਏ, ਇਹ ਭਾਵ ਪ੍ਰਗਟ ਹੋ ਜਾਂਦਾ, ਫਿਰ ਮੁਕਤ ਹੋ ਜਾਂਦੇ ਨੇ। ਗਿਆਨ ਦੇ ਮੰਨੇ ਪਾਵ ਹੈ ਮੋਖ ਦੁਆਰ। ਮੁਕਤੀ ਦਾ ਦੁਆਰਾ ਕੀ ਹੈ? ਗਿਆਨ। ਉਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਔਗਣ ਈਸਰੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਸਮਾਪਤ ਕਰਦੇ ਨੇ ਤੇ ਉਹਨਾਂ ਦੇ ਔਗਣ ਜਿਹੜੇ ਨੇ ਮਹਾਰਾਜ ਫਰਮਾਉਂਦੇ ਨੇ ਸਤਿਗੁਰੂ ਜੀ, ਉਹਨਾਂ ਦੇ ਔਗਣ ਵੀਸਰੇ ਭੁਲਾ ਦਿੱਤੇ। ਔਗਣ ਭੁਲਾ ਦਿੱਤੇ ਨੂੰ ਨਹੀਂ, ਜੋ ਔਗਣਾਂ ਵਾਲੇ ਬੰਦੇ ਸੀ ਉਹ ਵਾਹਿਗੁਰੂ ਨੂੰ ਵਿਸਾਰ ਬੈਠੇ ਨੇ। ਨਾਨਕ ਔਗਣ ਵੀਸੇ, ਜਿਨ੍ਹਾਂ ਦੇ ਅੰਦਰ ਔਗਣ ਕਹਿੰਦੇ ਉਹਨਾਂ ਤਾਂ ਵਾਹਿਗੁਰੂ ਨੂੰ ਭੁਲਾ ਦਿੱਤਾ। ਜਿਨ੍ਹਾਂ ਨੇ ਔਗਣਾਂ ਨੂੰ ਵਿਸਾਰ ਦਿੱਤਾ ਉਹ ਪ੍ਰਮਾਤਮਾ ਦੇ ਨੇੜੇ ਹੋ ਗਏ। ਦੱਸਦੇ ਹਨ ਜੇ ਗੁਰ ਰਾਖੇ ਪਤ ਤਾਹੇ। ਤੇ ਉਹ ਜਿਨ੍ਹਾਂ ਨੇ ਗੁਣ, ਜਿਹੜੇ ਗੁਣ ਸੀ, ਜਿਨ੍ਹਾਂ ਦੇ ਗੁਣ ਔਗਣ ਵਿਸਰੇ ਭੁੱਲ ਗਏ ਨੇ, ਤੇ ਉਹ ਭਾਵ ਕਿ ਉੱਚੀ ਅਵਸਥਾ ਹੋ ਗਈ। ਸਤਿਗੁਰੂ ਫਿਰ ਉਹਨਾਂ ਦੀ ਪਤ ਲਿਜਿਆ ਰੱਖਦੇ ਨੇ। ਉਹਨਾਂ ਦੇ ਸਤਿਗੁਰੂ ਲੋਕ ਪਰਲੋਕ ਦੇ ਫਿਰ ਤਾਹੇ ਸਹਾਈ ਹੁੰਦੇ ਨੇ, ਉਹਨਾਂ ਦੀ ਪਤ ਰੱਖਦੇ ਨੇ। ਗੁਰੂ ਉਹਨਾਂ ਦੇ ਰੱਖਿਅਕ ਹੋ ਜਾਂਦੇ ਨੇ। ਲੋਕ ਪਰਲੋਕ ਦੇ ਰਾਖੇ ਸਤਿਗੁਰੂ ਨੇ। ਇੱਥੇ ਵੀ ਰੱਖਿਆ ਕਰਦੇ ਨੇ, ਅੱਗੇ ਵੀ ਪਰਲੋਕ ਵੀ ਰੱਖਿਆ ਕਰਨਗੇ। ਪਰ ਜਿਨ੍ਹਾਂ ਦੇ ਔਗਣ ਵਿਸਰੇ, ਜਿਨ੍ਹਾਂ ਨੇ ਔਗਣ ਭੁਲਾ ਦਿੱਤੇ, ਗੁਰੂ ਉਹਨਾਂ ਦੇ ਰਾਖੇ ਹੋ ਗਏ। ਜਿਨ੍ਹਾਂ ਨੇ ਵਾਹਿਗੁਰੂ ਭੁਲਾ ਦਿੱਤਾ, ਔਗਣ ਚੇਤੇ ਰਹਿ ਗਏ, ਉਹ ਨਰਕਾਂ 'ਚ ਧੱਕੇ ਖਾਂਦੇ ਨੇ। ਇਸ ਕਰਕੇ ਭਾਈ ਗੁਰੂ ਨੂੰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਚੰਗਿਆਂ ਮੰਦਿਆਂ ਹੁਣ ਤਾਂ ਤੇਰੇ ਸਹਾਰੇ ਜੀਵਨ ਹੋ ਗਿਆ ਸਾਡਾ। ਬੇੜੀ ਜਿਹੜਾ ਬੈਠਿਆ ਕਹਿੰਦਾ ਮਲਾਹ ਨੂੰ ਵੀ ਭਾਈ ਬਈ ਡੋਬ ਦੇ, ਚਾਹੇ ਭਾਰ ਲਗਾ ਦੇ, ਹੁਣ ਸਾਡੀ ਜ਼ਿੰਦਗੀ ਤਾਂ ਤੇਰੇ ਸਹਾਰੇ ਹੈ। ਤੇ ਇਸ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰੀਏ, ਮਹਾਰਾਜ ਅਸੀਂ ਤੁਹਾਡੇ ਸਹਾਰੇ ਹਾਂ ਤੇ ਆਪ ਮਹਾਰਾਜ ਕਿਰਪਾ ਕਰੋ। ਰਾਤ ਦਿਸੇ ਕੂਕ ਨੇ ਕਉ ਸੁਣੇ ਪੁਕਾਰ। ਆਓ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ। ਪੰਚ ਭੂਤ ਸੱਚ ਪਹਿ ਰਤੇ, ਜੋਤ ਸੱਚੀ ਮਨ ਆਹੇ। ਨਾਨਕ ਔਗਣ ਈਸਰੇ, ਗੁਰ ਰਾਖੇ ਪਤ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।